ਜਸ ਟੀਵੀ ਦੇਖ ਰਹੇ ਤੁਸੀਂ। मैं KP ਸਿੰਘ ਟੂ ਦਾ ਪੁਆਇੰਟ ਤੁਹਾਡਾ ਸਭ ਦਾ ਸਵਾਗਤ ਕਰਦਾ। ਸਿੱਧੂ ਮੂਸੇਵਾਲੇ ਦਾ ਮਰਡਰ ਹੋਇਆ ਸੀਗਾ ਤੇ ਉਸ ਮਰਡਰ ਤੋਂ ਬਾਅਦ तमाम ਤਰ੍ਹਾਂ ਦੇ ਸਵਾਲ ਆ ਜਿਹੜੇ ਉੱਠਦੇ ਪਏ ਨੇ। ਜਾਂਚ ਏਜੰਸੀਆਂ ਕੀ ਕਰਦੀਆਂ ਪਈਆਂ ਨੇ, ਅਦਾਲਤੀ ਕਾਰਵਾਈਆਂ ਵਿੱਚ ਕੀ ਕੁਝ ਹੋਇਆ, ਬਹੁਤ ਸਾਰੇ ਸਵਾਲ ਸੀਗੇ। ਪਰ ਕੁਝ ਦਿਨ ਪਹਿਲਾਂ ਇੱਕ ਸੁਖਦ ਖਬਰ ਆ ਜਿਹੜੀ ਉਹ ਸਿੱਧੂ ਮੂਸੇਵਾਲੇ ਦੇ ਘਰ ਪਹੁੰਚੀ ਤੇ ਪਰਿਵਾਰ ਆ ਜਿਹੜਾ ਉਹ ਜਸ਼ਨਾਂ ਵਿੱਚ ਰੁੱਝ ਗਿਆ ਕਿ ਕਹਿੰਦੇ ਛੋਟਾ ਭਾਈ ਆਇਆ ਸਿੱਧੂ ਮੂਸੇਵਾਲੇ ਦਾ। IVF ਤਕਨੀਕ ਦੇ ਜ਼ਰੀਏ इस बच्चे का जन्म होया ते पर आ एक कागज़ का टुकड़ा जिंदे कारण ये सारा मामला खड़ा हो गया तो सियासत भी तर्क गई। कानून का हवाला दिता जा रहा है तो उम्र ते सवाल चुके जा रहे हैं कि माता चरण कौर 58 साल की उम्र के विच मां किवें बनी, जबकि भारतीय कानून ये कहता है कि इस हद तक जिहड़ा मां बनना संभव नहीं हैगा जिहड़ा कानून कहता है। सिद्धू मूसेवाले के परिवार का तरक की है, उन्होंने मापिया का तरक की है, उसनूं भी समझण की सानूं कोशिश करनी चाहिए है। बहुत संजीदगी वाला मुद्दा। मैनूं अज समझ नहीं आ रहा सी भी उस मुद्दे पर भी सानूं डिबेट करनी पऊगी, पर करनी पै गई है क्योंकि सियासत है जिहड़ी बयानबाजियां विच रुझी हुई है। असीं यही पुछना कि खुशियां ते ग्रहण लग गया। पिता परेशान है तो जी पॉलिटिक्स है वो की कहती पी है, पहले सुन लीए कि प्रशासन सवेर तो मैनू परेशान कर रहा इस गल लई भी तुसी अपने इस बच्चे दे सानू डॉकूमेंट पेश करो, इस बच्चे नू लीगल साबित करने लई मैनू तरह तरह के सवाल पूछे जा सकें। मैं सरकार नू एक बेनती करनी चाहुंदा, खास करके CM साहब नू भी किरपा करके तुसी इस गल ते तां थोड़ा जिहा तरस खाओ भी ये ट्रीटमेंट तां पूरा हो लैण दिओ। कोई हरासमेंट जी साडे वालों कोई नहीं, सानू उन्हां नूं लख लख बधाइयां जी। केंद्र सरकार ने चिट्ठी लिखी आ, लुंबड़ चालां चलदे आ, केंद्र सरकार दी चिट्ठी आ, केंद्र सरकार नूं घटिया सोच आ उन्हां दी। साडे वालों कोई उन्हां नूं परेशान नहीं कीता जाऊगा, रेस्ट अश्योर। ਚਾਹੀਦਾ ਤਾਂ ਇਹ ਸੀ ਅਸੂਲਨ ਕੇ ਭਗਵੰਤ ਸਿੰਘ ਮਾਨ ਉਹਨੂੰ ਟੈਲੀਫੋਨ ਕਰਦਾ, ਉਹਨੂੰ ਵਧਾਈ ਦਿੰਦਾ ਕਿ ਸਾਡਾ ਇੱਕ ਹੋਣਹਾਰ ਨੌਜਵਾਨ ਮਾਰਿਆ ਗਿਆ ਸੀ 2 ਸਾਲ ਪਹਿਲਾਂ, ਸ਼ੁਭਦੀਪ ਸਿੱਧੂ ਵਾਲਾ ਮੂਸੇਵਾਲਾ, ਤੇ ਅੱਜ ਤੁਹਾਡੇ ਘਰ ਖੁਸ਼ੀਆਂ ਆਈਆਂ ਤਾਂ ਸਾਨੂੰ ਐਂ ਲੱਗਦਾ ਜਿਵੇਂ ਕਿ ਸ਼ੁਭਦੀਪ ਦੁਬਾਰਾ ਮੁੜਿਆ ਆਇਆ। ਪਰ ਪੁਲਿਸ ਜਾ ਰਹੀ ਹੈ, ਉਹਨਾਂ ਦੇ ਕੋਲ ਐਡਮਿਨਿਸਟ੍ਰੇਸ਼ਨ ਸਿਵਲ ਹੋਊਗੀ ਕਿ ਤੁਸੀਂ ਸਾਨੂੰ ਇਹ ਕਾਗਜ਼ ਪੱਤਰ ਦਿਓ ਕਿ ਜਿਹੜਾ ਬੱਚਾ ਪੈਦਾ ਹੋਇਆ ਇਹਦਾ ਸਾਨੂੰ ਤੁਸੀਂ ਪ੍ਰੂਫ ਦਿਓ। ਮੈਂ ਤਾਂ ਕਦੇ ਕਿਸੇ ਕੰਪਲੇਂਟ ਨਹੀਂ ਕੀਤੀ ਕਿਸੇ ਪੇਰੈਂਟ ਨੇ ਕਿ ਸਾਡੇ ਤੋਂ IVF ਦਾ ਆਣ ਕੇ ਪ੍ਰੂਫ ਮੰਗਿਆ। ਤੇ ਇਕੱਲੇ ਬਲਕੌਰ ਸਿੰਘ ਤੋਂ ਕਿਉਂ? ਇਹਦਾ ਮਤਲਬ ਤੁਸੀਂ ਉਹਨੂੰ ਮਾਨਸਿਕ ਤੌਰ ਦੇ ਉੱਤੇ ਟੌਰਚਰ ਕਰਨਾ ਚਾਹੁੰਦੇ, ਤੁਸੀਂ ਉਹਨੂੰ ਦਬਾਉਣਾ ਚਾਹੁੰਦੇ ਹੋ, ਕਿਉਂਕਿ ਤੁਹਾਨੂੰ ਉਹਦੇ ਤੋਂ ਵੀ ਡਰ ਲੱਗਦਾ ਕਿ ਕਿਤੇ ਸਿੱਧੂ ਮੂਸੇਵਾਲੇ ਦਾ ਪਰਿਵਾਰ ਚੋਣਾਂ ਵਿੱਚ ਆਣ ਕੇ ਜਿਹੜੀ ਬੋਕਰ ਪਾਰਟੀ ਆ ਇਹਦਾ ਵਿਰੋਧ ਨਾ ਕਰੇ। ਜੇ ਵਧਾਈ ਨਹੀਂ ਦੇਣੀ ਨਵੇਂ ਜੰਮੇ ਬੱਚੇ ਦੀ, ਉਹ ਮਾਪਿਆਂ ਤੇ ਦੇਖੋ ਕੀ ਬੀਤਰੀ ਸੀ ਉਹਨਾਂ ਦਿਨਾਂ ਤੋਂ ਜਿੱਦਣ ਦੀ ਉਹਦੀ ਡੈਥ ਹੋਈ ਸੀ, ਔਰ ਮਾਪਿਆਂ ਲਈ ਉਹਨਾਂ ਦੀ ਜ਼ਿੰਦਗੀ ਆਪਦੇ ਬੱਚਿਆਂ ਦੇ ਆਲੇ ਦੁਆਲੇ ਫਿਰਦੀ ਹੈ। ਠੀਕ ਹੈ, ਤੁਹਾਡੀ ਜ਼ਿੰਦਗੀ ਤੁਹਾਡਾ ਆਪਦੇ ਬੱਚਿਆਂ ਨਾਲ ਕੋਈ ਲੈਣਾ ਦੇਣਾ ਨਹੀਂ। बड़ा सवाल असीं ये पुछांगे सिद्धू परिवार के जश्नां 'च एक्शन टेकन रिपोर्ट की टेंशन के पर्दे पिछे की है। इस सवाल पर बहस जो पैनल साडे नाल तारुफ करां ते उस तो बाद डिबेट ओपन हो जाएगी। डॉक्टर विजयदीप कौर IVF स्पैशलिस्ट ने ते इस फील्ड के 15 साल का इन्हां दा तजर्बा है ते चीफ गायनोकोलॉजिस्ट ने ते खुद हस्पताल एक चला रहे हैं तो इन्हां समझण की कोशिश करांगे कि असल मामला है की है तो इसनूं समझना किवें। डॉक्टर विजयदीप कौर तुहाडा बहुत स्वागत है। हाँ जी। डॉक्टर अमरजीत सिंह थिन भारतीय जनता पार्टी स्पोक्सपर्सन ने पर खुद मैਡੀਸਨ ਦੇ ਵਿੱਚ ਆਪਦੀ ਪ੍ਰੈਕਟਿਸ ਕਰਦੇ ਪਏ ਨੇ ਤੇ ਇਹਨਾਂ ਤੋਂ ਹੀ ਸਮਝਣ ਦੀ ਕੋਸ਼ਿਸ਼ ਕਰਾਂਗੇ ਸਰਕਾਰੀ ਲਾਈਨ ਤੇ ਡਾਕਟਰ ਦੀ ਲਾਈਨ ਹੁੰਦੀ ਕੀ ਹੈ। ਮਿਸਟਰ ਸਿੰਘ ਤੁਹਾਡਾ ਬਹੁਤ ਸਵਾਗਤ ਹੈ। ਐਡਵੋਕੇਟ ਬਿਕਰਮਜੀਤ ਪਾਸੀ ਆਮ ਆਦਮੀ ਪਾਰਟੀ ਸਪੋਕਸਪਰਸਨ ਨੇ, ਇੱਕ ਵਕੀਲ, ਕਾਨੂੰਨ ਦੀ ਬਹੁਤ ਚੰਗੀ ਤਰ੍ਹਾਂ ਸਮਝ ਰੱਖਦਾ ਤੇ ਇਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਪਾਸੀ ਸਾਹਿਬ ਤੋਂ ਕਾਨੂੰਨ ਕੀ ਕਹਿੰਦਾ ਤੇ ਸਿਆਸਤ ਕੀ ਕਹਿ ਰਹੀ ਹੈ। ਪਾਸੀ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਸ਼ਸ਼ੀਕਾਂਤ ਫਾਰਮਰ DGP ਨੇ ਤੇ ਸ਼ਸ਼ੀਕਾਂਤ ਹਰਾ ਨੇ ਤਕਰੀਬਨ ਹਰ ਏਜੰਸੀ ਵਿੱਚ ਕੰਮ ਕੀਤਾ ਜਿਹਦੇ ਕੋਲੇ ਜਾਂਚ ਦਾ ਜ਼ਿੰਮਾ ਹੁੰਦਾ, ਚਾਹੇ ਉਹ PMO ਹੋਵੇ ਤੇ ਚਾਹੇ ਉਹ IB ਹੋਵੇ ਤੇ ਚਾਹੇ ਹੋਰ ਜਿਹੜੀਆਂ ਏਜੰਸੀਆਂ ਹੈਗੀਆਂ ਖੁਫੀਆ ਏਜੰਸੀਆਂ ਉਹਨਾਂ ਸਾਰਿਆਂ 'ਚ ਕੰਮ ਕੀਤਾ। ਸ਼ਸ਼ੀਕਾਂਤ ਜੀ ਤੁਹਾਡਾ ਬਹੁਤ ਸਵਾਗਤ ਹੈ ਸਰ। ਡਾਕਟਰ ਦਲੇਰ ਸਿੰਘ ਮਲਤਾਨੀ, ਅਕਸਰ ਇਹਨਾਂ ਦੇ ਆਰਟੀਕਲਸ ਤੁਸੀਂ ਪੜ੍ਹਦੇ ਰਹਿੰਦੇ ਹੋ, ਰਿਟਾਇਰਡ ਸਿਵਲ ਸਰਜਨ ਨੇ ਤੇ ਲੰਬਾ ਤਜਰਬਾ ਰੱਖਦੇ ਆ, 3 ਦਹਾਕਿਆਂ ਦਾ ਇਹਨਾਂ ਤਜਰਬਾ। ਡਾਕਟਰ ਮਲਤਾਨੀ ਤੁਹਾਡਾ ਬਹੁਤ ਸਵਾਗਤ ਹੈ ਸਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਡਾਕਟਰ ਵਿਜੈਦੀਪ, ਸਭ ਤੋਂ ਪਹਿਲਾਂ ਤੁਹਾਨੂੰ ਸਮਝਣਾ ਚਾਹੂੰਗਾ ਡਾਕਟਰ ਵਿਜੈਦੀਪ, IVF ਜਿਹੜੀ ਟੈਕਨੀਕ ਹੈ ਉਹਦੇ ਤਹਿਤ ਜਿਹੜੇ ਸਵਾਲ ਚੁੱਕੇ ਜਾ ਰਹੇ, ਐਕਸ਼ਨ ਟੇਕਨ ਰਿਪੋਰਟ ਮੰਗੀ ਜਾ ਰਹੀ ਹੈ,
ਤਾਂ ਲੱਗਦਾ ਕਿ ਉਹ ਵਾਜਬ ਹੈ ਰਿਪੋਰਟ ਮੰਗਣਾ? ਦੇਖੋ ਇਸ ਤਰ੍ਹਾਂ ਹੈ ਕਿ ਇੰਡੀਅਨ ਲਾਅ ਦੇ ਅਕੋਰਡਿੰਗ ਜਿਹੜਾ ART ਐਕਟ ਹੈ ਉਹਦੇ ਚ ਜਿਹੜਾ ਕਪਲ ਹੈ ਉਹਦੇ ਚ ਫੀਮੇਲ ਦੀ ਏਜ 50 ਤੋਂ ਉੱਪਰ ਨਹੀਂ ਹੋ ਸਕਦੀ ਤੇ ਮੇਲ ਦੀ 55 ਤੋਂ ਉੱਪਰ। ਇਸ ਤੋਂ ਥੱਲੇ ਉਹ IVF ਲਈ ਆਪਟ ਕਰ ਸਕਦੇ, ਉਸ ਤੋਂ ਉੱਪਰ ਜੇ ਏਜ ਹੈਗੀ ਹੈ ਤਾਂ ਉਹ IVF ਲਈ ਆਪਟ ਨਹੀਂ ਕਰ ਸਕਦੇ ਇੰਡੀਅਨ ਲਾਅ ਦੇ ਅਕੋਰਡਿੰਗ। ਤੇ ਜੇ ਉਹ ਇਹ ਤਰਕ ਦੇਣ ਕਿ ਅਸੀਂ ਵਿਦੇਸ਼ ਤੋਂ ਇਹ ਸਾਰਾ ਟ੍ਰੀਟਮੈਂਟ ਕਰਵਾਇਆ ਤੇ ਬੱਚੇ ਦਾ ਜਨਮ ਇੱਥੇ ਹੋਇਆ, ਫਿਰ ਸਵਾਲ ਕਿੱਥੇ ਖੜਦਾ? ਦੇਖੋ ਇਹਦਾ ਜਵਾਬ ਕਿ ਜਿਹੜਾ ਲਾਅ ਆਫ ਲੈਂਡ ਹੈ ਇਹੋ ਜਿਹੇ ਕਪਲਸ ਤੇ ਲਾਗੂ ਹੁੰਦਾ ਹੈ ਕਿ ਨਹੀਂ ਹੁੰਦਾ, ਉਸ ਚ ਆਈ ਡੋਂਟ ਥਿੰਕ ਮੈਂ ਆਨਸਰ ਦੇਣ ਚ ਕੋਈ ਇੰਨਾ ਮੇਰੀ ਮਾਹਰਤਾ ਹੈ। ਇਹ ਤੋਂ ਤੁਹਾਨੂੰ ਕੋਈ ਵਕੀਲ ਜਾਂ ਜੁਡੀਸ਼ਰੀ ਦਾ ਬੰਦਾ ਹੀ ਬੈਟਰ ਦੱਸ ਸਕਦਾ ਹੈ ਕਿ ਇਹ ਲਾਅ ਆਫ ਲੈਂਡ ਫਿਰ ਐਪਲੀਕੇਬਲ ਹੈ ਉਸ ਕਪਲ ਤੇ ਕਿ ਨਹੀਂ ਹੈ ਜਿਹੜਾ ਬਾਹਰ ਜਾ ਕੇ ਇਲਾਜ ਕਰਾ ਕੇ ਆਇਆ। ਚਲੋ ਤੁਹਾਡੇ ਕੋਲੇ ਕੋਈ ਇਹੋ ਜਿਹਾ ਕੇਸ ਆਇਆ? ਤੁਸੀਂ ਬੜੇ ਕੇਸਿਸ ਕੀਤੇ ਆ ਡਾਕਟਰ ਵਿਜੇਦੀਪ? ਅਸੀਂ ਕਰਦੇ ਹਾਂ ਜੀ, ਪਰ ਅਸੀਂ ਉਹੀ ਲਾਅ ਦੇ ਅੰਡਰ ਰਹਿ ਕੇ ਕਰਦੇ ਹਾਂ ਬਿਕੋਜ਼ ਉਸ ਤੋਂ ਉੱਪਰ ਤਾਂ ਫਿਰ ਅਲਾਉਡ ਹੀ ਨਹੀਂ ਹੈ ਇੱਥੇ। ਜਿਹੜੇ ਤੁਹਾਡੇ ਸੈਂਟਰ ਹੈ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੁੰਦਾ? ਡਿਪਾਰਟਮੈਂਟ ਦੱਸਦਾ ਸਮੇਂ-ਸਮੇਂ ਤੇ ਨਹੀਂ ਦੱਸਦਾ? ਨਹੀਂ, ਇਹ ਸਾਨੂੰ ਜਦੋਂ ART ਐਕਟ ਆਇਆ, ਜਦੋਂ ਸਾਡੀਆਂ ਦੁਬਾਰਾ ਤੋਂ ਰਜਿਸਟ੍ਰੇਸ਼ਨਸ ਹੋਈਆਂ ਸਾਰੇ ART ਸੈਂਟਰਸ ਦੀਆਂ ਨਵੇਂ ਐਕਟ ਦੇ ਅਧੀਨ ਨਾ ਦੁਬਾਰਾ ਤੋਂ ਸਭ ਰਜਿਸਟ੍ਰੇਸ਼ਨਸ ਹੋਈਆਂ, ਉਦੋਂ ਇਹ ਸਾਰਾ ਕੁਝ ਕਲੀਅਰ ਕੀਤਾ ਗਿਆ ਹੈ ਕਿ ਤੁਸੀਂ ਕਿੰਨਾ ਕਪਲਸ ਲਈ IVF ਕਰ ਸਕਦੇ ਹੋ, ਸਰੋਗੇਸੀ ਕਿੰਨਾ ਲਈ ਕਰ ਸਕਦੇ ਹੋ, ਉਹ ਸਾਰਾ ਕੁਝ ਕਲੀਅਰ ਮਤਲਬ ਰੂਲਸ ਐਂਡ ਰੈਗੂਲੇਸ਼ਨਸ ਹੈਗੇ ਆ। ਤੁਹਾਡੇ ਲਈ ਇਹ ਮਿਰਾਕਲ ਹੈ ਕਿ 55-58 ਸਾਲ ਦੀ ਉਮਰ ਵਿੱਚ ਲੇਡੀ ਜਿਹੜੀ ਮਾਂ ਬਣੀ ਹੈ, ਜਾਂ ਮਿਰਾਕਲ ਨਹੀਂ ਗਾ? ਤੁਹਾਨੂੰ ਲੱਗਦਾ ਕਿ ਮੈਡੀਕਲ ਸਾਇੰਸ ਵਿੱਚ ਹੁੰਦਾ, ਸਾਡੇ ਲਾਅ ਦੇ ਮੁਤਾਬਕ ਨਹੀਂ ਹੋ ਰਿਹਾ? ਹਾਂਜੀ, ਨਹੀਂ ਵੈਸੇ ਤਾਂ ਪੋਸੀਬਲ ਹੈ। ਜਦੋਂ ਤੱਕ ਲਾਅ ਨਹੀਂ ਸੀਗਾ ਉਦੋਂ ਤੱਕ ਸਾਰੇ IVF ਸੈਂਟਰ ਕਰ ਰਹੇ ਸੀਗੇ। ਚਲੋ ਮੈਂ ਵਾਪਸ ਆਉਂਗਾ ਡਾਕਟਰ ਵਿਜੇਦੀਪ ਤੁਹਾਡੇ ਕੋਲ। ਡਾਕਟਰ ਥਿੰਦ, ਇਹ ਸੈਂਟਰ ਨੇ ਜਿਹੜੀ ਚਿੱਠੀ ਲਿਖੀ ਹੈ ਇਹਦੇ ਵਿੱਚ ਵਜਨ ਹੈਗਾ ਸਰ? ਇਹ ਗੈਰ ਕਾਨੂੰਨੀ ਹੈ ਜੋ ਕੁਝ ਹੋਇਆ? ਡਾਕਟਰ ਥਿੰਦ। KP ਜੀ, ਸਮਾਂ ਦੇ ਲਈ ਬਹੁਤ ਬਹੁਤ ਧੰਨਵਾਦ। ਦੇਖੋ, ਸਭ ਤੋਂ ਪਹਿਲਾਂ ਤਾਂ ਜਿਹੜੀ ਅੱਜ ਦੀ ਗੱਲ ਆਪਣੀ ਚੱਲ ਰਹੀ ਹੈ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੀ, ਇਹ 'ਚ ਸਭ ਤੋਂ ਪਹਿਲਾਂ ਤਾਂ ਮੈਂ ਵਧਾਈ ਦੇਵਾਂਗਾ ਪੂਰੇ ਪਰਿਵਾਰ ਨੂੰ, ਸਰਦਾਰ ਬਲਕੌਰ ਸਿੰਘ ਜੀ ਨੂੰ, ਕਿ ਉਹਨਾਂ ਦੇ ਘਰ ਖੁਸ਼ੀਆਂ ਆਈਆਂ, ਔਰ ਪ੍ਰਮਾਤਮਾ ਅੱਗੇ ਵੀ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਉਸ ਨਵੀਂ ਨੰਨੀ ਜਾਨ ਨੂੰ ਤੰਦਰੁਸਤੀਆਂ ਬਖਸ਼ੇ ਔਰ ਸਫਲਤਾਵਾਂ ਬਖਸ਼ੇ, ਆਸਮਾਨ ਤੇ ਉਹਦੀਆਂ ਤਰੱਕੀਆਂ ਪਹੁੰਚਣ। ਫਿਰ ਗੱਲ ਕਰ ਰਹੇ ਜਿਹੜੀ ਅੱਜ ਦੀ ਚਿੱਠੀ ਦੀ ਗੱਲ ਹੈ, ਦੇਖੋ ਜਿਵੇਂ ਕਿ ਮੇਰੇ ਤੋਂ ਪਹਿਲਾਂ ਬੋਲਦੇ ਡਾਕਟਰ ਰਾਜਦੀਪ ਕੌਰ ਜੀ ਨੇ ਦੱਸਿਆ, ਬੜੇ ਮਾਹਿਰ ਨੇ, ਔਰ ਉਹਨਾਂ ਨੇ ਬੜਾ ਸਪਸ਼ਟ ਕਰਦੇ ਕਿ ਲਾਅ ਹੈ ਸਾਡੇ ਦੇਸ਼ ਦਾ, ਔਰ ਉਸ ਲਾਅ ਦੇ ਤਹਿਤ ਜਿਹੜੀ ਕਿ ਇਨਫੋਰਮੇਸ਼ਨ ਹੁੰਦੀ ਹੈ ਸੈਂਟਰਸ ਵੱਲੋਂ, ਜਦੋਂ ਕੋਈ IVF ਕੀਤਾ ਜਾਂਦਾ, ਅਲਟਰਾਸਾਊਂਡ ਸਕੈਨਿੰਗਸ ਹੁੰਦੀਆਂ ਨੇ, ਸਾਰਾ ਕੁਝ ਹੁੰਦਾ ਹੈ, ਤਾਂ ਹਰ ਇੱਕ ਦੀ ਰਿਪੋਰਟ ਗਵਰਨਮੈਂਟ ਨੂੰ ਜਾਂਦੀ ਹੈ ਔਰ ਜਾਂਦੀ ਵੀ ਹੋਏਗੀ। ਸੋ ਇੱਥੇ ਸ਼ਾਇਦ ਉਹ ਰਿਪੋਰਟ ਜਿਹੜੀ ਹੈ, ਮੈਂ ਸ਼ੋਰ ਨਹੀਂ ਆ, ਉਹ ਗਵਰਨਮੈਂਟ ਤੱਕ ਨਹੀਂ ਪਹੁੰਚੀ ਹੋਊਗੀ, ਜਿਸ ਦਾ ਕਰਕੇ ਅੱਜ ਜਿਹੜੀ ਲੈਟਰ ਆਈ ਉਹਦੇ 'ਚ ਵੀ ਉਹ ਹਵਾਲਾ ਦਿੱਤਾ ਗਿਆ ਹਿੰਦੁਸਤਾਨ ਟਾਈਮਸ ਦਾ, ਕਿ ਉੱਥੋਂ ਉਹਨਾਂ ਨੂੰ ਪਤਾ ਚੱਲਿਆ, ਔਰ ਉਸ ਤੋਂ ਬਾਅਦ ਉਹਨਾਂ ਨੇ ਪੰਜਾਬ ਗਵਰਨਮੈਂਟ ਨੂੰ ਇਹ ਲੈਟਰ ਲਿਖੀ ਕਿ ਇਹਦੇ ਬਾਰੇ ਸਾਨੂੰ ਡਿਟੇਲ ਪਤਾ ਕਰਕੇ ਦੱਸੋ। ਉਹਨਾਂ ਨੇ ਲਿਖਿਆ ਕਿ ਸਾਨੂੰ ਡਿਟੇਲ ਪਤਾ ਕਰਕੇ ਦੱਸੋ। ਹੁਣ KP ਜੀ, ਤੁਹਾਨੂੰ ਸਮਝਣ ਦੀ ਲੋੜ ਹੈ, ਕ੍ਰੋਨੋਲੋਜੀ ਦੇਖੋ ਤੁਸੀਂ। ਸੈਂਟਰ ਚਿੱਠੀ ਪਾਉਂਦਾ ਪੰਜਾਬ ਸਰਕਾਰ ਨੂੰ ਕਿ ਇਸ ਦੇ ਬਾਰੇ ਸਾਨੂੰ ਡਿਟੇਲ ਪਤਾ ਕਰਕੇ ਦੱਸੋ। ਪਹਿਲੀ ਤਾਂ ਉਹਦੇ ਵਿੱਚ ਕੋਈ ਡੈਡਲਾਈਨ ਨਹੀਂ ਦੱਸੀ ਗਈ ਕਿ ਮੈਨੂੰ 5 ਦਿਨਾਂ 'ਚ ਦੱਸੋ, ਮੈਨੂੰ 10 ਦਿਨਾਂ 'ਚ ਦੱਸੋ, ਮੈਨੂੰ 1 ਮਹੀਨੇ 'ਚ ਦੱਸੋ, ਪਹਿਲਾ। ਦੂਸਰਾ, ਜਦੋਂ ਪੰਜਾਬ ਸਰਕਾਰ ਨੂੰ ਕਿਹਾ ਕਿ ਸਾਨੂੰ ਡਿਟੇਲ ਪਤਾ ਕਰਕੇ ਦੱਸੋ, ਤਾਂ ਇੱਕ ਇਨਸਾਨੀਅਤ ਦੇ ਤੌਰ ਤੇ ਬਣਦਾ ਸੀ ਸਿਵਲ ਸਰਜਨ ਉਸ ਲੈਟਰ ਦਾ ਰੈਫਰੈਂਸ ਉਸ ਹਸਪੀਟਲ ਨੂੰ ਦਿੰਦਾ ਕਿ ਆਹ ਬਰਥ ਹੋਇਆ ਬੇਬੀ ਦਾ, ਔਰ ਤੁਸੀਂ ਇਸ ਦੇ ਬਾਰੇ ਸਾਨੂੰ ਡਿਟੇਲ ਦੱਸੋ, ਇਸ ਦੇ ਬਾਰੇ ਕੀ ਫਾਈਲ ਹੈ, ਕੀ ਰਿਕਾਰਡ ਹੈ, ਔਰ IVF ਕਿੱਥੋਂ ਹੋਇਆ, ਔਰ ਉਸ ਤੋਂ ਬਾਅਦ ਪੇਰੈਂਟਸ ਦੇ ਕੋਲੋਂ ਪੁੱਛਗਿੱਛ ਬਣਦੀ ਸੀ। ਪਰ ਅੱਜ ਸਰਦਾਰ ਬਲਕੌਰ ਸਿੰਘ ਦੀ ਜਦੋਂ ਆਡੀਓ ਵੀਡੀਓ ਆਪਾਂ ਸੁਣਦੇ ਆ, ਉਹ 'ਚੋਂ ਕਹਿੰਦੇ ਨੇ ਕਿ ਪੰਜਾਬ ਸਰਕਾਰ ਦੇ ਮੁਲਾਜ਼ਮ ਆ ਕੇ ਸਾਨੂੰ ਪਰੇਸ਼ਾਨ ਕਰਦੇ ਨੇ, ਐਡਮਿਨਿਸਟ੍ਰੇਸ਼ਨ ਸਾਡੀ ਜਾਨ ਖਾਂਦੀ ਹੈ, ਐਡਮਿਨਿਸਟ੍ਰੇਸ਼ਨ ਬਾਰ-ਬਾਰ ਸਾਨੂੰ ਪਰੇਸ਼ਾਨ ਕਰਦੀ ਹੈ। ਡਾਕਟਰ ਥਿੰਦ, ਤੁਸੀਂ ਜਿੰਨੇ ਮਰਜ਼ੀ ਇਲਜ਼ਾਮ ਲਾ ਲਈ, ਡਾਕਟਰ ਥਿੰਦ ਕੋਈ ਨਹੀਂ ਰੋਕ ਰਿਹਾ ਤੁਹਾਨੂੰ। ਮੈਨੂੰ ਇੱਕ ਚੀਜ਼ ਦੱਸ ਦਿਓ ਸਰ, ਕਿਸੇ ਇੰਡੀਵਿਜੂਅਲ ਨੂੰ ਇਦਾਂ ਚਿੱਠੀ ਪਹਿਲਾਂ ਆਈ ਹੈ ਸਰ ਜਾਂ ਨਹੀਂ ਆਈ ਸਰ, ਕਿਸੇ ਇੰਡੀਵਿਜੂਅਲ ਦੇ ਕੇਸ ਵਿੱਚ? KP ਜੀ, ਮੈਂ ਬਹੁਤ ਸਾਰੇ ਐਕਟ ਹੁੰਦੇ ਨੇ, ਇਹ ਇੰਡੀਵਿਜੂਅਲ ਚਿੱਠੀ ਨਹੀਂ ਆਈ, ਇਹ ਪੰਜਾਬ ਇੱਕ ਸਰਕਾਰ ਮੈਂ ਕਹਿ ਰਿਹਾ ਸਰ, ਕਿਸੇ ਇੰਡੀਵਿਜੂਅਲ ਦੇ ਕੇਸ ਵਿੱਚ ਇਹੋ ਜਿਹੀ ਚਿੱਠੀ ਪਹਿਲਾਂ ਕਦੇ ਆਈ ਹੈ ਸਰ, ਤੁਹਾਡੇ ਧਿਆਨ ਹੇਠ ਹੈ ਜਾਂ ਨਹੀਂ? ਮਦਨਦੀਪ ਜੀ, ਮੈਂ ਤੁਹਾਨੂੰ ਦੱਸ ਦਿਆਂ ਕਿ KP ਜੀ, ਬਹੁਤ ਸਾਰੀਆਂ ਚਿੱਠੀਆਂ ਜਦੋਂ ਵੀ ਹੁੰਦੀਆਂ ਨੇ, ਚਾਹੇ ਉਹ MTP ਐਕਟ ਹੋਵੇ, ਚਾਹੇ PNDT ਐਕਟ ਹੋਵੇ, ਚਾਹੇ ARD ਐਕਟ ਹੋਵੇ, ਜਦੋਂ ਵੀ ਐਸਾ ਮਾਮਲਾ ਗਵਰਨਮੈਂਟ ਦੇ ਸਾਹਮਣੇ ਆਉਂਦਾ, ਹਮੇਸ਼ਾ ਇੰਡੀਵਿਜੂਅਲ ਦੇ ਲੈਵਲ ਤੇ ਹੀ ਚਿੱਠੀਆਂ ਆਉਂਦੀਆਂ ਨੇ। ਚਲੋ ਮੈਨੂੰ ਇੱਕ ਸਵਾਲ ਦਾ ਹੋਰ ਜਵਾਬ ਦਿਓ ਡਾਕਟਰ ਥਿੰਦ, ਫਿਰ ਮੈਂ ਡਿਬੇਟ ਓਪਨ ਕਰ ਦੇਣੀ ਹੈ। ਡਾਕਟਰ ਥਿੰਦ, ਇਹ ਪੰਜਾਬ ਸਰਕਾਰ ਨੇ ਜਾਣਬੁੱਝ ਕੇ ਰੋਲਾ ਪਾਇਆ, ਤੁਸੀਂ ਕੋਈ ਡੈਡਲਾਈਨ ਨਹੀਂ ਦਿੱਤੀ, ਇਹਨਾਂ ਨੇ ਰੋਲਾ ਪਾਲਿਆ ਬਿਨਾਂ ਗੱਲ ਤੋਂ ਇਸ਼ੂ ਬਣਾ ਲਿਆ? KP ਜੀ, ਇਟਸ ਨਾਟ ਅਬਾਊਟ ਰੋਲਾ, ਇਟਸ ਅਬਾਊਟ ਦਾ ਮਿਸਬਿਹੇਵੀਅਰ ਵਿਦ ਦਾ ਫੈਮਿਲੀ।
ਸੈਂਟਰ ਨੇ ਮਿਸਬਿਹੇਵ ਨਹੀਂ ਕੀਤਾ। ਸੈਂਟਰ ਦੀ ਰਿਸਪੌਂਸਿਬਿਲਿਟੀ ਨੇ ਇੱਕ ਚਿੱਠੀ ਪੁੱਛੀ ਹੈ ਪੂਰੇ ਲਾਅ ਦੇ ਹਿਸਾਬ ਦੇ ਨਾਲ। ਕੋਈ ਜੇ ਚਿੱਠੀ ਗਲਤ ਹੁੰਦੀ ਤਾਂ ਪੰਜਾਬ ਗਵਰਨਮੈਂਟ ਉਹਨੂੰ ਚੈਲੰਜ ਕਰ ਸਕਦੀ ਸੀ। ਪੰਜਾਬ ਗਵਰਨਮੈਂਟ ਦਾ ਇੰਪਲੀਮੈਂਟ ਕੀਤਾ, ਪਰ ਕੀਤਾ ਕਿਸ ਤਰੀਕੇ ਨਾਲ? ਮਿਸਬਿਹੇਵ। ਜਿਵੇਂ ਕਿ ਸਰਦਾਰ ਬਲਕੌਰ ਸਿੰਘ ਜੀ ਨੇ ਆਪਣੀ ਵੀਡੀਓ ਦੇ ਸਾਫ਼ ਕਿਹਾ ਕਿ ਪ੍ਰਸ਼ਾਸਨ ਮੈਨੂੰ ਬਾਰ-ਬਾਰ ਪਰੇਸ਼ਾਨ ਕਰ ਰਿਹਾ, ਕਾਲੀ ਕਰ ਰਿਹਾ, ਸਾਨੂੰ ਹੁਣੇ ਦੱਸੋ, ਸਾਨੂੰ ਹੈਰਾਸਮੈਂਟ ਕਰ ਰਿਹਾ। ਐਕਚੁਅਲੀ ਗੱਲ ਤਾਂ ਉਹੀ ਸੀ ਨਾ ਕਿ ਇਸ ਪਰਿਵਾਰ ਦੇ ਨਾਲ ਭਗਵੰਤ ਮਾਨ ਜੀ ਉਹਨਾਂ ਦੀ ਜਿਸ ਤਰ੍ਹਾਂ ਖੁੰਦੇ ਸੀ, ਜਿਸ ਤਰ੍ਹਾਂ ਉਹਨਾਂ ਦੇ ਜਵਾਨ ਪੁੱਤ ਪਹਿਲਾਂ ਸਿਕਿਉਰਿਟੀ ਜਿਹੜੀ ਲੀਕ ਹੋਈ ਸੀ, ਅੱਜ ਉਹ ਕਹਿ ਰਹੇ ਨੇ ਕਿ ਪੰਨੂ ਸਾਹਿਬ ਦੇ ਖਿਲਾਫ ਜਿਹਨੇ ਵਾਇਰਲ ਕੀਤਾ ਸਿਕਿਉਰਿਟੀ ਕਿੰਨੇ ਲਈ ਹੈ, ਉਹਦੇ ਖਿਲਾਫ ਕੋਈ ਐਕਸ਼ਨ ਨਹੀਂ ਸੀਗਾ। ਡਾਕਟਰ ਤੇ ਮੈਂ ਵਾਪਸ ਆਇਆ ਨਾ ਸਰ, ਤੁਹਾਡੇ ਸਵਾਲਾਂ ਦਾ ਜਵਾਬ ਵੀ ਲੈ ਰਿਹਾ। ਕੇਂਦਰ ਦੇ ਮੈਂ ਬਸ ਕੰਪਲੀਟ ਕਰ ਲੈਂਦਾ ਕਿ ਕੇਂਦਰ ਦੇ ਮੋਢੇ ਦੇ ਉੱਤੇ ਰੱਖ ਕੇ ਪਰਿਵਾਰ ਨੂੰ ਪਰੇਸ਼ਾਨ ਕਰਨ ਵਾਲੀ ਜਿਹੜੀ ਕੰਮ ਹੈ, ਅੱਜ ਸਰ ਸਾਰਿਆਂ ਦੇ ਮੋਢੇ ਪਤਾ ਲੱਗ ਜਾਣਗੇ, ਚਿੰਤਾ ਨਾ ਕਰੋ ਸਰ, ਸਾਰਿਆਂ ਦੇ ਮੋਢੇ ਪਤਾ ਲੱਗ ਜਾਣਗੇ। ਇੱਕ ਛੋਟਾ ਬ੍ਰੇਕ ਲੈ ਰਿਹਾ, ਬ੍ਰੇਕ ਤੋਂ ਵਾਪਸ ਆਵਾਂਗੇ। ਸਵਾਲ ਬਹੁਤ ਸਾਰੇ ਆ ਤੇ ਸਾਰੇ ਸਵਾਲ ਹੋਣਗੇ ਜ਼ਰੂਰ। ਮੁੜ ਤੋਂ ਤੁਹਾਡਾ ਸਵਾਗਤ ਕਰਦੇ ਹਾਂ ਤੇ ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਸਿੱਧੂ ਪਰਿਵਾਰ ਦੇ ਜਸ਼ਨਾਂ 'ਚ ਐਕਸ਼ਨ ਟੇਕਨ ਰਿਪੋਰਟ ਦੀ ਟੈਨਸ਼ਨ ਦੇ ਪਰਦੇ ਪਿੱਛੇ ਕੀ ਹੈ। ਮਿਸਟਰ ਪਾਸੀ, ਤੁਸੀਂ ਵਕੀਲ ਵੀ ਹੋ ਸਰ। ਮਿਸਟਰ ਪਾਸੀ ਸਰ, ਪਰਿਵਾਰ ਨਾਲ ਮਿਸਬਿਹੇਵ ਹੋ ਰਿਹਾ, ਬੀਜੇਪੀ ਵੀ ਇਲਜ਼ਾਮ ਲਾ ਰਹੀ ਤੁਹਾਡੇ ਤੇ। ਮਿਸਟਰ ਪਾਸੀ ਜਿੱਦਾਂ ਨਾ ਬਲਵੀਰ ਸਿੰਘ ਜੀ ਨੇ ਕਿਹਾ ਕਿ ਬੀਜੇਪੀ ਲੁੰਬੜ ਚਾਲਾਂ ਚੱਲ ਰਹੀ ਹੈ, ਇਹ ਬਿਲਕੁਲ ਸਾਬਤ ਹੋ ਗਿਆ। ਤੁਸੀਂ ਇੱਕ ਚੀਜ਼ ਦੇਖੋ, ਪੰਜਾਬ ਦੇ ਵਿੱਚ ਕੋਡ ਆਫ ਕੰਡਕਟ ਲਾਗੂ ਹੈ, ਪੂਰੇ ਹਿੰਦੁਸਤਾਨ ਦੇ ਵਿੱਚ ਕੋਡ ਆਫ ਕੰਡਕਟ ਲਾਗੂ ਹੈ ਤੇ ਇਹ ਸੀਐਮ ਸਾਹਿਬ ਨੂੰ ਐਡਰੈਸ ਕਰਵਾਇਆ ਜਾ ਰਿਹਾ ਹੈ। ਇਸ ਦੇ ਨਾਲ 3 ਐਸਪੈਕਟ ਹੈ। ਕੇਪੀ ਜੀ ਮੈਨੂੰ ਕਾਈਂਡਲੀ ਦੱਸ ਦੇਣਾ ਕਿ ਪਹਿਲਾ 14 ਮਾਰਚ ਦੀ ਚਿੱਠੀ ਹੈ ਸਰ, ਉਧਰ ਕੋਡ ਆਫ ਕੰਡਕਟ ਲਾਗੂ ਸੀ ਸਰ। ਪਾਸੀ ਸਾਹਿਬ 14 ਮਾਰਚ ਨੂੰ ਸੁਣ ਲਓ, ਮੈਂ ਉਹੀ ਚਿੱਠੀ ਤੇ ਹੀ ਆ ਰਿਹਾ, ਮੈਂ ਤਾਂ ਹੀ ਤਾਂ ਕਹਿ ਰਿਹਾ ਮੈਨੂੰ ਜਰਾ ਦੱਸ ਲੈਣ ਦਿਓ। 14 ਮਾਰਚ ਨੂੰ ਇਹ ਚਿੱਠੀ ਟਾਈਪ ਹੁੰਦੀ ਹੈ। ਇਹਦੇ ਵਿੱਚ ਹੈੱਡ ਨੋਟ ਦੇ ਵਿੱਚ ਲਿਖਿਆ ਜਾਂਦਾ ਹੈ ਸਟੇਟਮੈਂਟ ਆਫ ਸ਼੍ਰੀਮਤੀ ਚਰਨ ਸਿੰਘ। ਇਹ ਦਿੱਲੀ ਦੀ ਕੇਂਦਰ ਸਰਕਾਰ ਦੀ ਦੋ ਜਗ੍ਹਾ ਲਿਖਿਆ ਹੋਇਆ ਹੈ ਪਾਸੀ ਸਾਹਿਬ, ਦੋ ਜਗ੍ਹਾ ਲਿਖਿਆ ਹੋਇਆ। ਹਾਂ, ਸਿੱਧੂ ਮੂਸੇਵਾਲਾ ਮਦਰ ਬੜੇ ਵੀ ਨਾਲ ਲਿਖਿਆ ਹੋਇਆ। ਬੀਜੇਪੀ ਨੇ ਸ਼ਰਾਰਤ ਕੀਤੀ ਤੇ ਫਿਰ ਆਪਣੇ ਪਿਛਲੱਗੂਆਂ ਨੂੰ ਪਿੱਛੇ ਲਾ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਸਟੇਟਮੈਂਟਸ ਕਰਾਈਆਂ। ਪਹਿਲੀ ਚੀਜ਼ ਮੈਂ ਤੁਹਾਨੂੰ ਕਲੀਅਰ ਦੱਸਦਾ ਇਸ ਚਿੱਠੀ ਦੇ ਵਿੱਚ। ਦੂਜਾ ਇਹਦੇ ਚ ਲਿਖਿਆ ਪੈਰਾ ਨੰਬਰ 3 ਦੇ ਵਿੱਚ, ਐਂਡ ਸਬਮਿਟ ਅ ਰਿਪੋਰਟ ਟੂ ਦਿਸ ਡਿਪਾਰਟਮੈਂਟ ਆਫ ਦੀ ਐਕਸ਼ਨ ਟੇਕਨ। ਔਰ ਜਦੋਂ ਇਹ ਚਿੱਠੀ ਅੱਜ ਜਦੋਂ ਗਏ ਆ, ਇਹ ਕਹਿੰਦੇ ਜੀ ਪ੍ਰਸ਼ਾਸਨ ਦੇ ਅਧਿਕਾਰੀ ਗਏ ਆ ਤਾਂ ਅੱਜ ਕੋਡ ਆਫ ਕੰਡਕਟ ਲੱਗਿਆ ਤੇ ਸੀਐਮ ਸਾਹਿਬ ਦਾ ਕੰਟਰੋਲ ਨਹੀਂ ਹੈ, ਇਹ ਇਲੈਕਸ਼ਨ ਕਮਿਸ਼ਨ ਦੇ ਅਧੀਨ ਹੈ ਮਸ਼ੀਨਰੀ। ਇਹ ਪਹਿਲੀ ਚੀਜ਼ ਸੁਣ ਲਓ। ਦੂਸਰੀ ਹੁਣ ਇੱਕ ਚੀਜ਼ ਇਸ ਚ ਅਹਿਮ ਚੀਜ਼ ਜਿਹੜੀ ਮੈਂ ਦੂਜਾ ਐਸਪੈਕਟ ਦੱਸਣਾ ਲੱਗ ਰਿਹਾ ਕਿ ਸਟੇਟ ਗਵਰਨਮੈਂਟ ਨੇ ਕਲੀਅਰ ਕਹਿਤਾ ਕਿ ਅਸੀਂ ਇਹਨਾਂ ਨੂੰ ਕੋਈ ਪਰੇਸ਼ਾਨੀ ਨਹੀਂ ਕਰ ਰਹੇ ਨਾ ਕਰਾਂਗੇ, ਜੋ ਸਾਡੀ ਬਲਵੀਰ ਸਿੰਘ ਜੀ ਨੇ ਦੱਸਿਆ। ਤੀਸਰਾ ਐਸਪੈਕਟ ਇਹਦੇ ਚ ਦੇਖਣ ਵਾਲਾ ਹੈ, ਜਿਹੜਾ ਇੱਕ ਅਹਿਮ ਚੀਜ਼ ਹੈ ਕਿ ਓਪੋਜੀਸ਼ਨ ਪੋਲਿਟਿਕਸ ਦੇਖੀ ਹੈ ਨਹੀਂ। ਚਿੱਠੀ ਕਿਹਨੇ ਭੇਜੀ ਹੈ, ਚਿੱਠੀ ਕਿਹਦੀ ਹੈ? ਇਸ਼ਾਰਾ ਹੋਇਆ ਤੇ ਲੱਗੇ ਪੰਜਾਬ 'ਚ ਗੁੰਮਰਾਹਕੁਨ ਪ੍ਰਚਾਰ ਕਰਨ। ਸਾਨੂੰ ਬਹੁਤ ਖੁਸ਼ੀ ਹੈ ਉਹਨਾਂ ਦੇ ਬੇਟੇ ਦੀ, ਉਸ ਪਰਿਵਾਰ ਦੇ ਵਿੱਚ ਇੱਕ ਖੁਸ਼ੀ ਆਈ ਹੈ ਔਰ ਸਾਡੀ ਪੂਰੀ ਲੀਡਰਸ਼ਿਪ, ਸਾਰੀ ਪਾਰਟੀ ਖੁਸ਼ ਹੈ ਇਸ ਚੀਜ਼ ਦੇ ਨਾਲ। ਔਨ ਰਿਕਾਰਡ ਤੁਸੀਂ ਵਧਾਈਆਂ ਦਿੱਤੀਆਂ ਸਰ ਉਹਨਾਂ ਨੂੰ ਪਾਸੀ ਸਾਹਿਬ। ਤੁਸੀਂ ਮੈਂ ਕਿੰਨੇ ਕੁ ਲੀਡਰਾਂ ਦੀਆਂ ਤੁਹਾਨੂੰ ਮੈਂ ਕਟਿੰਗਸ ਭੇਜ ਦੂੰਗਾ ਜੀ, ਭੇਜ ਦਿਓ ਸਰ, ਜਿਨ੍ਹਾਂ ਨੇ ਬਿਲਕੁਲ ਬਿਲਕੁਲ। ਔਰ ਦੂਸਰੀ ਇੱਕ ਚੀਜ਼ ਅਹਿਮ ਚ ਹੁਣ ਮੈਂ ਆਨਾ ਇਸ ਤੇ ਲੀਗਲ ਐਸਪੈਕਟ ਤੇ। ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ ਕਿ ਮੈਕਸਿਮਮ ਏਜ ਫॉर ਮੇਲ 55 ਤੇ ਫॉर ਫੀਮੇਲ 50 ਸਾਲ ਹੈ, ਲੀਗਲ ਐਸਪੈਕਟ ਹੈ। ਹੁਣ ਇਹਦੇ ਚ ਇੱਕ ਹੋਰ ਹੈ, ਅਸੀਂ ਤਾਂ ਮੈਂ ਇਸੇ ਲਈ ਕਹਿ ਰਿਹਾ ਕਿ ਕੇਂਦਰ ਸਰਕਾਰ ਚਾਲਬਾਜ਼ੀਆਂ ਕਰ ਰਹੀ ਹੈ ਔਰ ਇੱਥੇ ਪੰਜਾਬ ਦੇ ਵਿੱਚ ਉਸ ਇੱਕ ਦੁਖਾਂਤ ਨੂੰ ਦੁਬਾਰਾ ਪੋਲੀਟੀਕਲੀ ਭੁਨਾਉਣ ਦੇ ਲਈ ਆਪਣੇ ਲੀਡਰਾਂ ਤੋਂ, ਚਾਹੇ ਉਹ ਬਾਜਵਾ ਜੀ ਹੈ, ਚਾਹੇ ਉਹ ਖਹਿਰਾ ਜੀ ਹੈ, ਔਰ ਕਾਂਗਰਸ ਵੀ ਤੇ ਆ ਬੀਜੇਪੀ ਦੇ ਜਿੰਨੇ ਵੀ ਬੁਲਾ ਰਹੇ ਆ, ਮਾਹੌਲ ਖਰਾਬ ਕਰਨ ਦੀ ਗੱਲ ਕਰ ਰਹੇ ਆ, ਖੁਦ ਹੀ ਚਿੱਠੀ ਭਜਵਾ ਕੇ। ਹੁਣ ਮੈਂ ਇੱਕ ਚੀਜ਼ ਦੱਸਣਾ ਚਾਹ ਰਿਹਾ, ਇੱਕ ਸ਼ਾਇਦ ਇਹ ਭੁੱਲ ਗਏ ਕਿ WPA 1592 2023 ਹਲੇ ਸੁਪਰੀਮ ਕੋਰਟ ਚ ਪੈਂਡਿੰਗ ਹੈ, ਜਿਹਦੇ ਚ ਇਹ ਕਿਹਾ ਹੋਇਆ ਹੈ ਕਿ ਦਿਸ ਸੈਕਸ਼ਨ 21 ਕਲੌਜ਼ G ਸਬਸੈਕਸ਼ਨ G ਜਿਹੜੀ ਇਹ ਕਲੌਜ਼ ਹੈ ਇਹ ਅਲਟਰਾ ਵਾਇਰਸ ਹੈ ਆਰਟੀਕਲ 14 ਆਫ ਦੀ ਕਨਸਟੀਟਿਊਸ਼ਨ। ਉਹ ਇੱਕ ਕੇਸ ਹੋਇਆ ਸੀ ਸਰਸਵਤੀ ਮੋਹਰੀ। ਅਸੀਂ ਅੱਜ ਵੀ ਇਹ ਡਿਟੇਲ ਕਰਕੇ ਪੰਜਾਬ ਸਰਕਾਰ ਇਹ ਵੀ ਕੇਂਦਰ ਨੂੰ ਜਵਾਬ ਦੇਗੀ ਕਿ ਤੁਸੀਂ ਜਿਹੜੀ ਇਹ ਚਿੱਠੀ ਭੇਜੀ ਹੈ ਨਾ, ਇਹ ਤੁਸੀਂ ਪੰਜਾਬ ਦੇ ਵਿੱਚ ਰਾਜਨੀਤਿਕ ਜਿਹੜਾ ਹੈ ਹਲਚਲ ਪੈਦਾ ਕਰਨ ਦੇ ਲਈ ਔਰ ਆਪਣੇ ਜਿਹੜੇ ਭਾਈਵਾਲ ਗੁਪਤ ਹੈ ਅਕਾਲੀ ਦਲ ਵਰਗਿਆਂ ਤੋਂ ਬਦਨਾਮ ਕਰਾਉਣ ਲਈ ਇੱਕ ਡਰਾਮਾ ਰਚਿਆ। ਸਰਸਵਤੀ ਮੋਹਰੀ ਐਂਡ ਅਨਦਰ ਵਰਸਸ ਯੂਨੀਅਨ ਆਫ ਇੰਡੀਆ, ਉਹਦੇ ਵਿੱਚ ਇੱਕ ਮਦਰ ਔਰ ਫਾਦਰ, ਜੋ ਫਾਦਰ 55 ਸਾਲ ਕ੍ਰੋਸ ਕਰ ਗਏ ਸੀ ਕੋਵਿਡ ਦੇ ਕਾਰਨ, ਉਹਦੇ ਵਿੱਚ ਉਹਨਾਂ ਨੇ ਫਿਰ ਸੁਪਰੀਮ ਕੋਰਟ ਦਾ ਰੁਖ ਕੀਤਾ ਸੀ CWP 1592 ਰਾਹੀਂ ਕਿ ਜੀ ਕੋਵਿਡ ਦੇ ਕਾਰਨ ਸਾਡੀ ਜਿਹੜੀ ਹੈ ਏਜ ਐਕਸਪਾਇਰ ਹੋਈ ਹੈ, 55 ਸਾਲ ਤੋਂ ਕ੍ਰੋਸ ਹੋਈ ਹੈ,
ਤਾਂ ਸੁਪਰੀਮ ਕੋਰਟ ਨੇ ਇੰਟਰਮ ਰਿਲੀਫ ਦਿੰਦੇ ਹੋਏ ਉਹਨਾਂ ਨੂੰ IVF ਦੀ ਇਜਾਜ਼ਤ ਦਿੱਤੀ ਸੀ। ਕੇਪੀ ਜੀ ਇੱਕ ਇਹਦਾ ਸਭ ਤੋਂ ਵੱਡਾ ਲੀਗਲ ਐਸਪੈਕਟ ਹੈ। ਹੁਣ ਦੂਜਾ ਸੁਣ ਲੀजिए, ਦੂਜਾ ਮੈਂ ਇਸ ਤੇ ਕਿਉਂ ਕਹਿਣਾ ਚਾਹ ਰਿਹਾ। ਮੈਨੂੰ ਇੱਕ ਚੀਜ਼ ਦੱਸੋ ਪਾਸੀ ਸਾਹਿਬ, ਤੁਸੀਂ ਸਰ ਜੇ ਚਿੱਠੀ ਆ ਗਈ ਹੈ, ਤੁਸੀਂ ਸਰ ਡਿਫੈਂਡ ਕਰੋਗੇ ਮੂਸੇ ਵਾਲੇ ਦੇ ਪਰਿਵਾਰ ਨੂੰ, ਸਰ ਬਲਕੌਰ ਸਿੱਧੂ ਨੂੰ ਤੇ ਚਰਨ ਕੌਰ ਹਰਾ ਨੂੰ ਡਿਫੈਂਡ ਕਰੋਗੇ ਸਰ? ਇਹਦੇ ਚ ਕੇਪੀ ਜੀ ਇੱਕ ਚੀਜ਼ ਸਭ ਤੋਂ ਅਹਿਮ ਹੈ ਕਿ ਅਗਰ ਕੋਈ ਫਸਟ ਐਕਸ਼ਨ ਬਣਦਾ ਸੈਂਟਰ ਜਿਹਨੇ ਉਹ IVF ਕੀਤਾ ਉਹਦੇ ਤੇ ਬਣਦਾ, ਕਿਉਂਕਿ ਉਹਦੀ ਜ਼ਿੰਮੇਵਾਰੀ ਸੀ ਡਿਸਪਲੇ ਵੀ ਕਰਨਾ ਸਾਰੇ ਰੂਲਸ ਐਂਡ ਰੈਗੂਲੇਸ਼ਨਸ, ਇੰਡੀਵਿਜੂਅਲ ਨੂੰ ਬਾਅਦ ਚ। ਪਹਿਲੀ ਚੀਜ਼। ਦੂਸਰੀ ਚੀਜ਼ ਇਹਦੇ ਚ ਇੱਕ ਹੋਰ ਹੈ, ਸੈਂਟਰ ਨੂੰ ਅਗਰ ਫਸਟ ਆਫੈਂਸ ਹੈ ਤਾਂ ਮੈਕਸਿਮਮ 5 to 10 ਲੱਖ ਤੱਕ ਦੀ ਪੈਨਲਟੀ ਹੈ। ਸੋ ਜਿਹੜਾ ਇਹ ਬਲਕੌਰ ਸਿੰਘ ਜੀ ਨੂੰ ਇੱਕ ਐਕਸਪੈਕਟ ਤੀਜਾ ਅਹਿਮ ਕੀ ਹੈ ਕੇਪੀ ਜੀ, ਕਿ ਵਿਰੋਧੀ ਪਾਰਟੀਆਂ ਉਹਨਾਂ ਨੂੰ ਮਿਸਗਾਈਡ ਕਰਕੇ ਪੰਜਾਬ ਦੇ ਵਿੱਚ ਇਦਾਂ ਦੇ ਸਟੇਟਮੈਂਟਸ ਕਰਵਾਉਣ ਲਈ ਉਕਸਾ ਰਹੀਆਂ। ਚਲੋ ਹੁਣ ਇੱਕ ਮਿੰਟ ਰੁਕੋ ਮਿਸਟਰ ਪਾਸੀ, ਹੁਣ ਇੱਕ ਮਿੰਟ ਰੁਕੋ ਮਿਸਟਰ ਪਾਸੀ, ਹੁਣ ਇੱਕ ਮਿੰਟ ਰੁਕੋ ਬਹੁਤ ਗਲਤ ਰਾਜਨੀਤੀ ਅਕਾਲੀ ਦਲ ਨਾਲ ਮਿਲ ਕੇ ਖੇਲ ਰਹੇ। ਇੱਕ ਮਿੰਟ ਰੁਕੋ। ਸ਼ਸ਼ੀ ਕਾਂਤ ਜੀ, ਸਰ ਇਹ ਕਹਿੰਦੇ ਕੋਡ ਆਫ ਕੰਡਕਟ ਲੱਗਿਆ ਹੋਇਆ ਤੇ ਪੁਲਿਸ ਪ੍ਰਸ਼ਾਸਨ ਹੈ ਜਿਹੜਾ ਉਹ ਇਲੈਕਸ਼ਨ ਕਮਿਸ਼ਨ ਦੇ ਅੰਡਰ ਕੰਮ ਕਰਦਾ ਹੈ। ਸ਼ਸ਼ੀ ਕਾਂਤ ਜੀ, ਇਹ ਦਲੀਲ ਸਹੀ ਹੈ ਸਰ? ਜਦੋਂ ਇਲੈਕਸ਼ਨ ਦਾ ਕੋਡ ਆਫ ਕੰਡਕਟ ਅਨਾਉਂਸ ਹੋ ਗਿਆ ਹੈ ਤਾਂ ਨੈਚੁਰਲੀ ਸਿਰਫ ਪੁਲਿਸ ਹੀ ਨਹੀਂ, ਪੂਰਾ ਸਟੇਟ ਐਡਮਿਨਿਸਟ੍ਰੇਸ਼ਨ ਜਿਹੜਾ ਹੈਗਾ ਉਹ ਡਾਇਰੈਕਟਲੀ ਕੰਟਰੋਲ ਹੁੰਦਾ ਹੈਗਾ ਇਲੈਕਸ਼ਨ ਕਮਿਸ਼ਨ ਤੋਂ। ਉਹਨਾਂ ਦੇ ਕੋਲ ਕੋਈ ਲੀਵੇ ਨਹੀਂ ਹੈਗਾ ਕਿਤੇ ਚ ਕਰਨਾ ਕਿਤੇ ਚ ਨਹੀਂ ਕਰਨਾ ਹੈਗਾ। ਇੱਥੇ ਮੈਂ ਇੱਕ ਹੋਰ ਗੱਲ ਐਡ ਕਰਨਾ ਚਾਹਾਂਗਾ, ਇਹ ਜਿਹੜਾ ਕਾਨੂੰਨ ਬਣਿਆ ਸੀ ਮੈਂ ਸਮਝਦਾ ਹੈਗਾ ਜਿਸ ਤਰ੍ਹਾਂ ਸੁਪਰੀਮ ਕੋਰਟ ਨੇ ਵੀ ਇੱਕ ਇੰਟਰਿਮ ਰਿਲੀਫ ਦਿੱਤਾ ਹੈਗਾ, ਜਿਸ ਤਰ੍ਹਾਂ ਵਕੀਲ ਸਾਹਿਬ ਨੇ ਕੀਤਾ ਹੈ। ਆਈ ਥਿੰਕ ਇਹ ਜਿਹੜਾ ਕਾਨੂੰਨ ਬਣਿਆ ਹੈਗਾ ਇਟ ਇਜ਼ ਸ਼ੁੱਡ ਬੀ ਅਲਟਰਾ ਵਾਇਰਸ ਬਿਕੋਜ਼ ਇਟ ਇਜ਼ ਇਨਫ੍ਰਿੰਜਮੈਂਟ ਆਫ ਦ ਹਿਊਮਨ ਰਾਈਟਸ। ਇਹ ਗੱਲ ਠੀਕ ਹੈਗੀ ਹੈ ਜਦੋਂ ਫੀਟਸ ਹੈਗਾ, ਫੀਟਸ ਦਾ ਕੋਈ ਹਿਊਮਨ ਰਾਈਟ ਨਹੀਂ ਹੈਗਾ ਕਿਉਂਕਿ ਉਹਦੇ ਚ ਅਜੇ ਪ੍ਰਾਣ ਨਹੀਂ ਆਏ ਹੈਗੇ ਨੇ, ਉਹਦੀ ਕੋਈ ਹਿਊਮਨ ਬਾਡੀ ਨਹੀਂ ਹੈਗੀ ਹੈ। ਬਟ ਵਾਟ ਅਬਾਊਟ ਦ ਹਿਊਮਨ ਰਾਈਟਸ ਆਫ ਦ ਪੇਰੈਂਟਸ? ਜੇ ਉਹਨਾਂ ਨੂੰ ਇਸ ਤਰ੍ਹਾਂ ਦਾ ਲੋੜ ਹੈਗੀ ਹੈ, ਹੱਦ ਬਾਅਦ ਹੋ ਸਕਦਾ ਸੀ ਕਿ ਗਵਰਨਮੈਂਟ ਆਫ ਇੰਡੀਆ ਦਾ ਪ੍ਰੋਵੀਜ਼ਨ ਹੋਏ ਕਿ ਦੇ ਕੈਨ ਅਪਰੋਚ them and go ahead with IVF, ਬਟ ਬਲੈਂਕਟ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਕੋਈ ਨਹੀਂ ਹੋ ਸਕਦਾ ਹੈਗਾ, ਕਿਸੇ ਦੀ ਕੋਈ ਜ਼ਰੂਰਤ ਹੋ ਸਕਦੀ ਹੈਗੀ ਹੈ। ਹਰ ਦੇ ਕੋਲ ਇੰਨੇ ਪੈਸੇ ਨਹੀਂ ਹੈਗੇ ਨੇ ਕਿ ਕੋਰਟਾਂ ਜਾ ਕੇ ਸੁਪਰੀਮ ਕੋਰਟ ਜਾ ਕੇ ਲੱਖਾਂ ਰੁਪਏ ਜਿਹੜੇ ਹੈਗੇ ਨੇ ਲੀਗਲ ਪ੍ਰੋਸੈਸ ਤੇ ਖਰਚ ਕਰੇ। I think this entire law needs to be amended. ਚਲੋ ਸ਼ਸ਼ੀ ਕਾਂਤ ਜੀ, ਮੈਂ ਵਾਪਸ ਆਉਂਗਾ ਤੁਹਾਡੇ ਕੋਲ। ਡਾਕਟਰ ਮੁਲਤਾਨੀ, ਇਹਦੇ ਵਿੱਚ ਜੋ ਸ਼ਸ਼ੀ ਕਾਂਤ ਹਰਾ ਨੇ ਦੱਸਿਆ ਜਾਂ ਮਿਸਟਰ ਪਾਸੀ ਇਹ ਗੱਲ ਕਹਿ ਰਹੇ ਆ, ਇਹ 'ਚ ਪੰਜਾਬ ਸਰਕਾਰ ਨੂੰ ਪਾਸੇ ਕਰਕੇ ਗੱਲ ਕੀਤੀ ਜਾਵੇ? ਕਿਪ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੇ ਸਾਡੇ ਸਾਰੇ ਕੋਮੈਂਟਸ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਉਸ ਤੋਂ ਦੂਸਰੀ ਗੱਲ ਜਿਹੜੀ ਹੈਗੀ ਹੈ, ਮੈਂ ਇੱਕ ਨਵਾਂ ਜੀ ਜਿਹੜਾ ਹੈਗਾ ਉਹ ਇਸ ਸੰਸਾਰ ਦੇ ਵਿੱਚ ਆਇਆ, ਜਿਹੜਾ ਮੂਸੇ ਵਾਲੇ ਪਿੰਡ ਦੇ ਵਿੱਚ ਸਿੱਧੂ ਪਰਿਵਾਰ ਦੇ ਵਿੱਚ, ਮੈਂ ਉਹਨਾਂ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਪਹਿਲਾਂ ਤਾਂ। ਤੀਸਰੀ ਗੱਲ ਸਟਾਰਟ ਹੁੰਦੀ ਹੈ ਕਿ ਇਹ ਡਿਬੇਟ ਕਿਉਂ ਸ਼ੁਰੂ ਹੋ ਗਿਆ, ਤੁਸੀਂ ਸਾਰੇ ਪੈਨਲਿਸਟ ਬਣਾਏ ਹੈ ਤੇ ਕਿਉਂ ਡਿਬੇਟ ਜਿਹੜਾ ਹੈਗਾ ਉਹ ਕਰਨਾ ਪਿਆ। ਉਹਦੇ ਚ ਪਹਿਲੀ ਗੱਲ ਤਾਂ ਇਹ ਹੁੰਦੀ ਹੈ ਕਿ ਸਟੇਟ ਦਾ ਜਿਹੜਾ ਹੈਗਾ ਉਹ ਕਿਸੇ ਦੀ ਬਾਡੀ ਦੇ ਉੱਤੇ ਰਾਈਟ ਨਹੀਂ ਹੈ, ਲੇਕਿਨ ਉਹਨਾਂ ਦਾ ਰਾਈਟ ਉਦੋਂ ਸਟਾਰਟ ਹੁੰਦਾ ਹੈ ਜਦੋਂ ਕਿਸੇ ਕਿਸਮ ਦਾ ਜਿਹੜਾ ਹੈਗਾ ਉਹ ਬਾਡੀ ਲਿਵਿੰਗ ਔਰ ਨਾਨ ਲਿਵਿੰਗ ਕਰਕੇ ਜਦੋਂ ਸਮਾਜ ਦੇ ਵਿੱਚ ਉਸ ਦੀ ਕਿਸੇ ਕਿਸਮ ਦੀ ਵੀ ਕੋਈ ਗੱਲ ਹੁੰਦੀ ਹੈ ਤਾਂ ਸਟੇਟ ਵਿੱਚ ਆ ਜਾਂਦੀ ਹੈ। ਵਿੱਚ ਸਾਨੂੰ ਸਭ ਤੋਂ ਪਹਿਲਾਂ ਇਹ ਗੱਲ ਨੂੰ, ਜਿਵੇਂ ਡਾਕਟਰ ਪਾਸੀ ਨੇ ਵੀ ਆਪਣਾ ਪਾਸੀ ਸਾਹਿਬ ਨੇ ਐਡਵੋਕੇਟ ਨੇ ਕਹੀ ਹੈ ਗੱਲ, ਕਿ ਜਿੱਥੇ ਇਹ ਡਿਲੀਵਰੀ ਹੋਈ ਹੈ ਉੱਥੇ ਐਥਿਕਸ ਜਿਹੜੇ ਹੈਗੇ ਨੇ, ਐਥੀਕਲ ਕਮੇਟੀ ਜਿਹੜੀ ਹੈਗੀ ਹੈ ਉਹ ਜ਼ਰੂਰ ਮੈਟਰ ਕਰਦੀ ਹੈ ਕਿਉਂਕਿ ਮੈਡੀਕਲ ਐਥਿਕਸ ਵੀ ਹੈਗੇ ਨੇ। ਜਿਸ ਤਰ੍ਹਾਂ ਏਜ ਗਰੁੱਪ ਜਿਹੜਾ ਹੈਗਾ ਉਹ 21 ਤੋਂ 50 ਸਾਲ ਦੱਸਿਆ ਗਿਆ ਹੈ, ਬਾਉਂਡਡ ਬਾਈ ਦਾ ਲਾ। ਉਹ ਲਾ ਅਜੇ ਤੱਕ ਦੱਸਿਆ ਗਿਆ ਕਿ ਵਿੱਚ ਪੂਰੀ ਤਰ੍ਹਾਂ ਇੰਪਲੀਮੈਂਟ ਨਹੀਂ ਹੋਇਆ ਜਾਂ ਉਹਦੇ ਅਗੇਂਸਟ ਕੋਈ ਅਜੇ ਤੱਕ ਕੋਈ ਰੇਟ ਪੈਂਡਿੰਗ ਹੈ, ਕੁਝ ਵੀ ਹੈ। ਲੇਕਿਨ ਇਹ ਕਾਨੂੰਨ ਜਿਹੜਾ ਹੈਗਾ ਇਹ 2020 ਚ ਸ਼ੁਰੂ ਹੋ ਕੇ ਤੇ ਇਹ ਜਨਵਰੀ 2022 ਤੋਂ ਲਾਗੂ ਹੋ ਚੁੱਕਿਆ ਹੋਇਆ ਹੈ ਔਰ ਇਹ ਰਿਕਾਰਡ ਦੇ ਵਿੱਚ ਹੈ। ਸੋ ਇਹਦੇ ਚ ਮੇਰੇ ਖਿਆਲ ਪੋਲਿਟਿਕਸ ਵੀ ਨਹੀਂ ਹੈ, ਇਹਦੇ ਚ ਇਲੈਕਸ਼ਨ ਕਮਿਸ਼ਨ ਦੀ ਵੀ ਗੱਲ ਨਹੀਂ ਹੈ। ਸਵਾਲ ਤਾਂ ਸਿਰਫ ਇਹ ਹੈਗਾ ਕਿ ਇੱਕ ਚੀਜ਼ ਰਿਪੋਰਟ ਹੋ ਗਈ ਜਿਹੜੀ ਨਾਰਮਲ ਨਹੀਂ ਹੈ, ਉਹ ਨਾਰਮਲ ਤੋਂ, ਮੈਂ ਅਬਨੋਰਮਲ ਵੀ ਨਹੀਂ ਕਹਾਂਗਾ, ਲੇਕਿਨ ਨਾਰਮਲ ਤੋਂ ਹਟ ਕੇ ਹੈ। ਸੋ ਜਦੋਂ ਕੋਈ ਚੀਜ਼ ਨਾਰਮਲ ਤੋਂ ਹਟ ਕੇ ਹੁੰਦੀ ਹੈ ਤੇ ਇਸ ਤਰ੍ਹਾਂ ਲੱਗਦਾ ਹੈ ਕਿ ਔਨ ਦਾ ਫੇਸ ਵੈਲਿਊ ਸ਼ਾਇਦ ਉਹ ਵਾਇਲੇਸ਼ਨ ਆਫ ਲਾਅ ਵੀ ਹੈਗੀ ਹੈ, ਤਾਂ ਉਸ ਦੀ ਰਿਪੋਰਟਿੰਗ ਜਿਹੜੀ ਹੈ ਉਹ ਕਰਨੀ ਬਣਦੀ ਹੈ, ਇਹਦੇ ਚ ਕੋਈ ਸ਼ੱਕ ਨਹੀਂ ਹੈ। ਇਹਦੇ ਚ ਪੁਲਿਸ ਤਾਂ ਮੇਰੇ ਹਿਸਾਬ ਨਾਲ ਸਿੱਧੀ ਇਨਵੋਲਵ ਨਹੀਂ ਹੈ, ਕਿਉਂਕਿ ਜੇ ਇਨਵੋਲਵ ਹੋਏਗਾ ਤਾਂ ਸਾਡਾ ਡਿਪਾਰਟਮੈਂਟ, ਸਾਡਾ ਮੀਨਸ ਹੈਲਥ ਡਿਪਾਰਟਮੈਂਟ ਇਨਵੋਲਵ ਹੋਏਗਾ। ਹੈਲਥ ਡਿਪਾਰਟਮੈਂਟ ਜਿਹੜਾ ਹੈਗਾ ਉਹ ਹਮੇਸ਼ਾ ਹੀ ਗਵਰਨਮੈਂਟ ਟੂ ਗਵਰਨਮੈਂਟ ਚੱਲਦਾ ਹੈ ਔਰ ਸਿਵਲ ਸਰਜਨ ਦੇ ਆਫਿਸ ਦਾ, ਜੇ ਜਿਸ ਤਰ੍ਹਾਂ ਤੁਸੀਂ ਰਿਪੋਰਟਿੰਗ ਕਰ ਰਹੇ ਹੋ ਕਿ ਮੰਨ ਲਓ ਕਿ ਕੋਈ ਸਿਵਲ ਸਰਜਨ ਆਫਿਸ ਦਾ ਬੰਦਾ
ਇਹ ਜਾ ਕੇ ਉਹਨਾਂ ਨੂੰ, ਹਾਂ ਉਹ ਹੋ ਸਕਦਾ ਹੈ ਕਿ ਉਹ ਬੰਦਾ ਜਿਹੜਾ ਉੱਥੇ ਗਿਆ ਉਸ ਦੀ ਲੈਂਗੁਏਜ ਕੀ ਹੈ ਜਾਂ ਉਸ ਦਾ ਬੋਲਣ ਦਾ ਤਰੀਕਾ ਕੀ ਹੈ ਜਾਂ ਉਸ ਦੇ ਸਵਾਲ ਕੀ ਨੇ, ਇਸ ਗੱਲ ਦੇ ਉੱਤੇ ਤਾਂ ਅਸੀਂ ਕਮੈਂਟ ਨਹੀਂ ਕਰਦੇ, ਲੇਕਿਨ ਉਹਨਾਂ ਦਾ ਰਾਈਟ ਤਾਂ ਹੈ ਇਸ ਗੱਲ ਵਾਸਤੇ ਕਿ ਉਹ ਇਸ ਗੱਲ ਨੂੰ ਅਸੈਸ ਕਰਕੇ ਜੋ ਰਿਪੋਰਟ ਬਣਦੀ ਹੈ। ਲੇਕਿਨ ਥੋੜਾ ਜਿਹਾ ਕਿਉਂਕਿ ਇਮੋਸ਼ਨਲ ਮੁੱਦਾ ਬਣਿਆ ਉਹਦੇ ਚ ਕੇਪੀ ਸਿੰਘ ਜੀ, ਮੈਂ ਦੇਖ ਰਿਹਾ ਸੀਗਾ ਸਰਦਾਰ ਬਲਕੌਰ ਸਿੰਘ, ਮੈਂ ਆਪ ਉਹਨਾਂ ਦੇ ਪਿੰਡ ਵੀ ਜਾ ਕੇ ਆਇਆ ਸੀਗਾ, ਕਿਉਂਕਿ ਉਹ ਜਿਹੜੀ ਡੈਥ ਹੋਈ ਸੀ ਉਹ ਬੜੀ ਟ੍ਰੈਜਿਕ ਡੈਥ ਸੀਗੀ। ਉਹਦੇ ਪਿੱਛੇ ਕੌਣ ਸੀਗਾ ਕਿ ਇਹ ਕੋਈ ਇਸ਼ੂ ਨਹੀਂ ਹੈ ਇਸ ਦਾ। ਅੱਜ ਦਾ ਵੀ ਜਿਹੜਾ ਹੈਗਾ ਇਸ਼ੂ ਹੈਗਾ ਕਿ ਇਹਦੇ ਚ ਐਥਿਕਸ ਇਨਵੋਲਵਡ ਨੇ, ਇਸ ਦੇ ਵਿੱਚ ਕੋਈ ਵਾਇਓਲੇਸ਼ਨ ਹੋਈ ਹੋਈ ਲੱਗਦੀ ਹੈ। ਡਾਕਟਰ ਮੁਲਤਾਨੀ ਤੁਹਾਡੀ ਗੱਲ ਵੀ ਮੰਨ ਕੇ ਜੇ ਮੈਂ ਅੱਗੇ ਤੁਰਾਂ ਸਰ, ਵਾਇਓਲੇਸ਼ਨ ਹੋਈ ਹੋਊਗੀ, ਪਰ ਸਰ ਕੁਝ ਇੰਤਜ਼ਾਰ ਤਾਂ ਕੀਤਾ ਜਾ ਸਕਦਾ ਸੀ ਨਾ। ਉਹ ਪਰਿਵਾਰ ਕਰ ਰਹੇ, ਅਸੀਂ ਟ੍ਰੀਟਮੈਂਟ ਕਰਵਾ ਰਹੇ ਹਾਂ, ਪਰਿਵਾਰ ਦੇ ਕੋਲੇ ਲੋਕ ਪਹੁੰਚਦੇ ਪਏ ਆ, ਉਹ ਜਸ਼ਨਾਂ 'ਚ ਡੁੱਬੇ ਹੋਏ ਆ, ਇੱਥੇ ਡਿਪਾਰਟਮੈਂਟ ਜਾ ਕੇ ਉਹਨਾਂ ਟੈਨਸ਼ਨ ਪਾਈ ਜਾਂਦਾ। ਡਾਕਟਰ ਮੁਲਤਾਨੀ ਟਾਈਮਿੰਗ ਦਾ ਤਾਂ ਆਪਣਾ ਕੇਪੀ ਸਿੰਘ ਜੀ, ਜਦੋਂ ਵੀ ਕਿਤੇ ਇਹ ਇਸ਼ੂ ਆਉਂਦਾ ਹੈ ਇਹਦੇ ਚ, ਕਿਉਂਕਿ ਮੈਂ ਆਪ ਜਿਸ ਲੈਵਲ ਦੇ ਵਿੱਚ ਨੌਕਰੀ ਕੀਤੀ ਹੈ, ਕਈ ਵਾਰੀ ਕਈ ਮੌਕੇ ਮਿਲੇ ਆ ਜਦੋਂ ਇਸ ਤਰ੍ਹਾਂ ਦੀ ਜਿਹੜੀ ਗਵਰਨਮੈਂਟ ਨੂੰ ਰਿਪੋਰਟਿੰਗ ਕਰਨੀ ਹੁੰਦੀ ਹੈ, ਇਹਦੇ ਚ ਟਾਈਮਿੰਗਸ ਸਾਡੇ ਡਿਪਾਰਟਮੈਂਟ ਵਾਸਤੇ ਤਾਂ ਮੈਟਰ ਨਹੀਂ ਕਰਦੀ ਵਿੱਚ। ਪਰ ਜਿਸ ਤਰ੍ਹਾਂ ਤੁਸੀਂ ਦੱਸਿਆ ਨਾ ਕਿ 14 ਤਰੀਕ ਦਾ ਹੈਗਾ, ਲੇਕਿਨ ਬੱਚਾ ਤਾਂ ਜਿਹੜਾ ਹੈਗਾ ਉਹ ਪਰਸੋਂ ਰਾਤ ਨੂੰ ਹੋਇਆ ਬੱਚਾ ਜਿਹੜਾ ਹੈ। ਸੋ ਉਸ ਤੋਂ ਪਹਿਲਾਂ ਜਿਹੜੀ ਇਹ ਬਹੁਤ ਸਾਰਾ ਸੋਸ਼ਲ ਮੀਡੀਆ ਤੇ ਚੱਲ ਰਿਹਾ ਸੀਗਾ, ਇਹ ਕਾਫੀ ਕੁਝ ਉਹ ਚੱਲ ਰਿਹਾ ਸੀਗਾ ਜਿਹੜਾ ਹੈ ਨਹੀਂ ਸੀ, ਬੜੀ ਫੇਕ ਰਿਪੋਰਟਿੰਗ ਜਿਹੜੀ ਹੈਗੀ ਹੋ ਰਹੀ ਸੀ। 2 ਬੱਚੇ ਪੈਦਾ ਹੋ ਗਏ ਆ ਜੀ, ਉਹਦੇ ਚ ਮੁੰਡਾ ਹੋਇਆ, ਕੁੜੀ ਹੋਈ ਹੈ, ਇਹ ਉਹ ਕਈ ਕੁਝ ਆ ਰਿਹਾ ਸੀਗਾ। ਉਹ ਇਸ਼ੂ ਨਹੀਂ ਹੈ। ਇਸ਼ੂ ਤਾਂ ਮੈਂ ਤਾਂ ਆਪਣੇ ਲੈਵਲ ਤੇ ਐਜ਼ ਏ ਹੈਲਥ ਆਫੀਸਰ ਤੁਹਾਨੂੰ ਜਿਹੜੀ ਹੈਗੀ ਹੈ ਡਿਸਟ੍ਰਿਕਟ ਦਾ ਇੰਚਾਰਜ ਮੈਂ ਰਿਹਾ, ਮੈਂ ਟੌਪਿਕ ਤੇ ਗੱਲ ਮੈਂ ਤੁਹਾਨੂੰ ਸਾਰਿਆਂ ਨੂੰ ਸੁਣਨਾ ਸਰ, ਮੈਂ ਤੁਹਾਨੂੰ ਸਾਰਿਆਂ ਨੂੰ ਸੁਣਨਾ, ਮੈਂ ਜ਼ਿਆਦਾ ਪੁਆਇੰਟ ਆਊਟ ਨਹੀਂ ਕਰੂੰਗਾ। ਇੱਕ ਛੋਟਾ ਬ੍ਰੇਕ ਲੈ ਕੇ ਵਾਪਸ ਆ ਰਿਹਾ ਤੇ ਸਵਾਲ ਹੋਰ ਵੀ ਪੁੱਛਾਂਗੇ ਜ਼ਰੂਰ। ਮੁੜ ਤੁਹਾਡਾ ਸਵਾਗਤ ਤੇ ਵੱਡਾ ਸਵਾਲ ਅਸੀਂ ਪੁੱਛ ਰਹੇ ਸਿੱਧੂ ਪਰਿਵਾਰ ਦੇ ਜਸ਼ਨਾਂ 'ਚ ਐਕਸ਼ਨ ਟੇਕਨ ਰਿਪੋਰਟ ਦੀ ਪਟੈਂਸ਼ਨ ਦੇ ਪਰਦੇ ਪਿੱਛੇ ਕੀ ਆ। ਡਾਕਟਰ ਵਿਜੇਦੀਪ, ਮੈਂ ਇੱਕ ਚੀਜ਼ ਤੁਹਾਡੇ ਤੋਂ ਜ਼ਰੂਰ ਸਮਝਣਾ ਚਾਹੁੰਦਾ, ਜਿਹੜਾ ਜੇ ਮੰਨ ਲਓ ਉਹਨਾਂ ਨੇ ਲਾਅ ਦੀ ਵਾਇਲੇਸ਼ਨ ਕੀਤੀ ਹੈ ਤਾਂ ਫਿਰ ਕਾਰਵਾਈ ਕਿਹਦੇ ਖਿਲਾਫ ਹੋਊਗੀ? ਸੈਂਟਰ ਦੇ ਖਿਲਾਫ, ਮਾਪਿਆਂ ਦੇ ਖਿਲਾਫ, ਕਿਹਦੇ ਖਿਲਾਫ ਹੋਊਗੀ? ਦੇਖੋ, ਪਹਿਲਾਂ ਤਾਂ ਇਹ ਸਰਟਨ ਕਰਨਾ ਜ਼ਰੂਰੀ ਹੈ ਕਿ IVF ਹੋਇਆ ਕਿੱਥੇ ਹੈ, ਬਿਕੋਜ਼ ਜੋ ਸੋਸ਼ਲ ਮੀਡੀਆ ਤੇ ਰਿਪੋਰਟਸ ਹੈ ਉਹਦੇ ਹਿਸਾਬ ਨਾਲ ਉਹਨਾਂ ਨੇ ਇੰਡੀਆ 'ਚ IVF ਕਰਾਇਆ ਨਹੀਂ ਹੈ। ਸੋ ਪਹਿਲਾਂ ਤਾਂ ਇਹ ਪਤਾ ਹੋਣਾ ਜ਼ਰੂਰੀ ਹੈ ਕਿ IVF ਕਿੱਥੇ ਹੋਇਆ, ਤੇ ਜੇ ਇੰਡੀਆ 'ਚ ਹੋਇਆ ਹੀ ਨਹੀਂ ਹੈ ਤਾਂ ਫਿਰ ਕਾਰਵਾਈ ਨਾ ਕਿਸੇ ਸੈਂਟਰ ਤੇ ਬਣਦੀ ਹੈ। ਪੇਰੈਂਟਸ ਤਾਂ ਬਾਅਦ 'ਚੋਂ ਗੱਲ ਆਏਗੀ, ਪਹਿਲਾਂ ਤਾਂ ਸੈਂਟਰ, IVF ਸੈਂਟਰ ਪਤਾ ਹੋਣਾ ਚਾਹੀਦਾ ਜਿਨ੍ਹਾਂ ਨੇ ਕੀਤਾ ਜਾਂ ਨਹੀਂ ਕੀਤਾ ਜਾਂ ਵਟਐਵਰ। ਨਹੀਂ, ਜੇ ਫੋਰਨ ਵਿੱਚ ਟ੍ਰੀਟਮੈਂਟ ਹੋਇਆ, ਇੱਥੇ ਆ ਕੇ ਬੱਚੇ ਦਾ ਜਨਮ ਹੋ ਸਕਦਾ ਜਾਂ ਨਹੀਂ ਹੋ ਸਕਦਾ? ਬੱਚੇ ਦੀ ਡਿਲੀਵਰੀ ਤਾਂ ਹੋ ਸਕਦੀ ਹੈ, ਉਹ 'ਚ ਤਾਂ ਕੋਈ ਆਈ ਥਿੰਕ ਕੋਈ ਇਸ਼ੂ ਨਹੀਂ ਹੋਣਾ ਚਾਹੀਦਾ। ਉਹ ਤਾਂ ਹੁਣ ਸਾਡੇ ਕੋਲ ਕੋਈ ਵੀ ਪੇਸ਼ੈਂਟ ਵਾਕ ਇਨ ਆਉਂਦਾ ਹੈ ਕਿ ਮੈਂ ਪ੍ਰੈਗਨੈਂਟ ਹੈ ਜੀ, ਮੇਰੀ ਡਿਲੀਵਰੀ ਹੈ, ਤੇ ਉਸ 'ਚ ਤਾਂ ਕੋਈ ਸਪੋਜ਼ ਪੇਸ਼ੈਂਟ ਕਲੀਅਰ ਦੱਸੇ ਨਾ ਜਾਂ ਕੁਝ ਵੀ ਹੈ ਇਸ ਤਰ੍ਹਾਂ ਦਾ ਇਸ਼ੂ, ਤੇ ਉਹ ਤਾਂ ਡਿਲੀਵਰੀ ਤਾਂ ਕੋਈ ਵੀ ਹਸਪੀਟਲ ਕਰ ਸਕਦਾ। ਡਾਕਟਰ ਮੁਲਤਾਨੀ, ਤੁਸੀਂ ਇਸ ਦਲੀਲ ਨਾਲ ਇਤਫਾਕ ਰੱਖਦੇ ਹੋ? ਮੈਂ ਥੋੜਾ ਡਿਫਰ ਕਰਦਾ ਇਸ ਗੱਲ ਦੇ ਵਿੱਚ, ਕਿਉਂਕਿ ਮੈਂ ਪਹਿਲਾਂ ਕਿਹਾ ਕਿ ਇਹ ਇੱਕ ਇਸ ਤਰ੍ਹਾਂ ਦਾ ਕੇਸ ਹੈਗਾ ਜਿਹੜਾ ਨਾਰਮਲ ਕਦੀ ਰਿਪੋਰਟ ਨਹੀਂ ਹੋਇਆ। ਸ਼ਾਇਦ ਇਹ ਪਹਿਲੇ ਕੇਸ ਹੋਏਗਾ ਕਿ 58 ਇਅਰਸ ਦੇ ਉੱਤੇ ਇੱਕ ਡਿਲੀਵਰੀ ਹੋਈ ਆ, ਉਹ ਨੋਨ ਫੇਸਿਸ ਹੈਗੇ ਆ, ਔਰ ਉਹ ਡਿਲੀਵਰੀ ਜਿਹੜੀ ਹੈਗੀ ਆ ਉਹ ਕਿਸ ਢੰਗ ਦੇ ਨਾਲ ਕਿਵੇਂ ਪ੍ਰੈਗਨੈਂਸੀ ਹੋਈ ਜਾਂ ਸਰੋਗੇਸ਼ਨ ਹੋਈ, ਜੋ ਵੀ ਹੋਇਆ ਉਸ ਦੇ ਵਿੱਚ, ਉਸ ਨੂੰ ਅਸੀਂ ਜਿਹੜਾ ਸੈਂਟਰ ਹੈਗਾ ਨਹੀਂ ਉਸ ਨੂੰ ਆਪਾਂ ਐਕਸਕਲੂਡ ਨਹੀਂ ਕਰ ਸਕਦੇ ਕਿ ਉਹ ਸੈਂਟਰ ਦਾ ਜਿਹੜਾ ਹੈਗਾ ਉਸ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ। ਮੈਂ ਉਸ ਗੱਲ ਦੇ ਨਾਲ ਇਤਫਾਕ ਨਹੀਂ ਰੱਖਦਾ। ਡਾਕਟਰ ਮੁਲਤਾਨੀ, ਜੋ ਕੰਡੀਸ਼ਨ ਇਹੋ ਜਿਹੀ ਆ ਜਾਵੇ, ਜਦੋਂ ਇਹ ਚੀਜ਼ਾਂ ਸਾਰੀਆਂ ਸਪਸ਼ਟ ਹੋ ਜਾਣਗੀਆਂ ਉਦੋਂ ਫਿਰ ਡਿਬੇਟ ਕਰ ਲਾਂਗੇ। ਡਾਕਟਰ ਮੁਲਤਾਨੀ, ਜੇ ਕੰਡੀਸ਼ਨ ਇਹ, ਜੇ ਫੋਰਨ ਦੇ ਵਿੱਚ ਸਾਰਾ ਟ੍ਰੀਟਮੈਂਟ ਹੋਇਆ, ਇੱਥੇ ਆ ਕੇ ਜੇ ਬੱਚੇ ਦਾ ਜਨਮ ਹੋਇਆ ਤਾਂ ਸੈਂਟਰ ਤੇ ਕਾਰਵਾਈ ਹੋ ਸਕਦੀ ਹੈ ਨਹੀਂ? ਡਾਕਟਰ ਮੁਲਤਾਨੀ, ਸਾਡਾ ਲਾਅ ਕੀ ਕਹਿੰਦਾ, ਮੈਨੂੰ ਤਾਂ ਉਹ ਦੱਸੋ ਨਾ ਸਰ। ਬਿਲਕੁਲ ਹੋ ਸਕਦੀ ਹੈ, ਕਿਉਂਕਿ 58 ਸਾਲ ਦੀ ਏਜ ਦੇ ਉੱਤੇ ਅਗਰ ਤੁਸੀਂ ਡਿਲੀਵਰੀ ਕੀਤੀ ਹੈ ਤਾਂ ਯੂ ਹੈਵ ਟੂ ਰਿਪੋਰਟ ਟੂ ਦਾ ਗਵਰਨਮੈਂਟ। ਸ਼ਸ਼ੀਕਾਂਤ ਜੀ, ਤੁਸੀਂ ਇੱਕ ਮਿੰਟ, ਇਸ ਦੇ ਰਿਗਾਰਡਿੰਗ ਕੋਈ ਕਲੀਅਰ ਰੂਲਸ ਐਂਡ ਰੈਗੂਲੇਸ਼ਨਸ ਨਹੀਂ ਹੈ ਕਿ ਜੇ ਕੋਈ ਬਾਹਰੋਂ IVF ਕਰਾ ਕੇ ਆਂਦਾ ਤੇ 올ਡ ਏਜ ਦਾ ਹੈਗਾ ਤਾਂ ਯੂ ਹੈਵ ਟੂ ਰਿਪੋਰਟ ਇਟ ਟੂ ਦ ਅਥਾਰਟੀਜ਼। ਡਾਕਟਰ ਮੁਲਤਾਨੀ, ਇਸ ਤਰ੍ਹਾਂ ਨਹੀਂ ਹੁੰਦਾ। ਜਿਹੜੀ ਡਾਕਟਰ ਸਾਹਿਬ ਜਿਹੜੀਆਂ ਚੀਜ਼ਾਂ ਤੁਸੀਂ ਜਿਵੇਂ ਅਸੀਂ ਨਾਰਮਲ ਰੂਟੀਨ ਦੇ ਵਿੱਚ ਗੱਲ ਕਰਦੇ ਆ ਕਿ ਜਿਹੜੀ ਇੱਕ ਨਾਰਮਲ ਚੀਜ਼ ਹੁੰਦੀ ਹੈ ਉਹ ਅਸੀਂ ਕਦੀ ਪੁਲਿਸ ਨੂੰ ਰਿਪੋਰਟ ਨਹੀਂ ਕਰਦੇ। ਜਿਹੜੀ ਕੋਈ ਅਨਨੈਚੁਰਲ ਗੱਲ ਹੋਈ ਹੁੰਦੀ ਹੈ ਜਾਂ ਅਬਨੋਰਮਲ ਹੋਈ ਹੁੰਦੀ ਹੈ, ਦੈਟ ਹੈਜ਼ ਟੂ ਬੀ ਰਿਪੋਰਟ ਟੂ ਦਾ ਗਵਰਨਮੈਂਟ। ਡਾਕਟਰ ਵਿਜੇਦੀਪ, ਕੁਝ ਕਹਿਣਾ ਚਾਹੁੰਦੇ ਹੋ?
ਨਹੀਂ ਮੈਂ ਆਈ ਨਹੀਂ, ਪਰ ਐਕਚੁਅਲੀ ਇਸ ਤੋਂ ਪਹਿਲਾਂ ਵੀ ਜਿਵੇਂ ਇਹ ਲਾਅ ਆਉਣ ਤੋਂ ਪਹਿਲਾਂ ਵੀ 올ਡ ਏਜ ਦੇ ਕਪਲਸ ਦਾ IVF ਹੁੰਦਾ ਸੀ, ਐਂਡ 70 ਸਾਲ ਤੇ ਵੀ ਇੰਡੀਆ 'ਚ ਪੇਸ਼ੈਂਟਸ ਦੀਆਂ ਡਿਲੀਵਰੀਜ਼ ਹੋਈਆਂ ਐਟ 70 ਏਜ ਆਲਸੋ। ਇੰਡੀਆ 'ਚ ਹੋਈਆਂ ਵੀ ਆ? ਹਾਂ। ਤੇ ਉਹ ਰਿਪੋਰਟ ਜਾਂਦੀ ਹੈ ਗਵਰਨਮੈਂਟ ਨੂੰ, ਜਾਂਦੀ ਹੈ ਰਿਪੋਰਟ? ਆਈ ਐਮ ਨਾਟ ਸ਼ੋਰ ਕਿ ਉਹ 'ਚ ਕੋਈ ਇਹ ਬਿਕੋਜ਼ ਇਹ ਬਹੁਤ ਹਾਈ ਪ੍ਰੋਫਾਈਲ ਕੇਸ ਹੈ, ਸਭ ਦੀਆਂ ਨਿਗਾਹਾਂ ਇਸ ਤੇ ਹੈ, ਸਾਰਾ ਸੋਸ਼ਲ ਮੀਡੀਆ ਦਾ ਪ੍ਰੈਸ਼ਰ ਇਸ ਤੇ ਹੈ, ਤਾਂ ਮੇਬੀ ਇਹ ਹੈ ਕਿ ਹੁਣ ਦੇ ਲਾਅ ਦੇ ਅਕੋਰਡਿੰਗ ਸਾਨੂੰ ਕੋਈ ਰੂਲਸ ਐਂਡ ਰੈਗੂਲੇਸ਼ਨਸ ਇਹੋ ਜਿਹੇ ਨਹੀਂ ਮਿਲੇ ਕਿ ਤੁਸੀਂ ਜੇ ਕੋਈ ਬਾਹਰੋਂ ਆਂਦਾ ਤਾਂ ਤੁਸੀਂ ਰਿਪੋਰਟ ਕਰਨਾ ਹੈ। ਹਾਂ, ਇਹ ਡਾਕਟਰ ਤੇ ਡਿਪੈਂਡ ਕਰਦਾ ਹੈ ਕਿ ਉਹ ਐਥੀਕਲੀ ਕੀ ਸੋਚਦੇ ਕਿ ਉਹਨੂੰ ਰਿਪੋਰਟ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ। ਹਾਂ ਡਾਕਟਰ ਮੁਲਤਾਨੀ ਬੋਲੋ। ਸਰ ਕਿਮ ਸਿੰਘ ਜੀ, ਇਸ ਤਰ੍ਹਾਂ ਨਹੀਂ ਹੈ, ਇਹ ਕਲੀਅਰ ਕੱਟ ਰੂਲਸ ਹੈਗੇ ਨੇ ਕਿ ਜਿਹੜੀ ਕੋਈ ਚੀਜ਼ ਅਨਨੈਚੁਰਲ ਹੁੰਦੀ ਹੈ ਜਾਂ ਅਸੀਂ ਨਾ ਇੱਕ ਜਿਹੜੀਆਂ ਡਿਜ਼ੀਜ਼ਸ ਜਿਹੜੀਆਂ ਹੈਗੀਆਂ ਨੇ ਉਹ ਸਪੈਸੀਫਿਕ ਡਿਜ਼ੀਜ਼ਸ ਹੁੰਦੀਆਂ ਨੇ, ਉਹਨਾਂ ਦੇ ਬਾਰੇ ਚ ਚਾਹੇ ਉਹ ਗਵਰਨਮੈਂਟ ਹਸਪੀਟਲ ਹੋਵੇ ਚਾਹੇ ਉਹ ਪ੍ਰਾਈਵੇਟ ਹਸਪੀਟਲ ਹੈ, ਜਿਹੜੀ ਤੁਹਾਡੀ ਕੰਸਰਨਡ ਅਥਾਰਟੀ ਹੁੰਦੀ ਹੈ, ਲੋਕਲ ਅਥਾਰਟੀ, ਉਸ ਨੂੰ ਇਨਫੋਰਮ ਕਰਨਾ ਇਟ ਇਜ਼ ਪਾਰਟ ਆਫ ਯੂਰ ਡਿਊਟੀ। ਡਾਕਟਰ ਮੁਲਤਾਨੀ ਇੱਕ ਚੀਜ਼ ਮੈਨੂੰ ਦੱਸੋ ਨਾ ਡਾਕਟਰ ਮੁਲਤਾਨੀ, ਉਹ ਜਿਹੜੇ ਸੈਂਟਰ ਚਲਾ ਰਹੇ ਆ ਸਰ, ਉਹ ਪਹਿਲੀ ਵਾਰ ਤਾਂ ਚਲਾ ਨਹੀਂ ਰਹੇ, ਇਹ ਉਹਨਾਂ ਨੂੰ ਬੜੇ ਸਾਲ ਹੋ ਗਏ ਖੋਲ੍ਹਿਆਂ ਨੂੰ ਸਰ, ਉਹਨਾਂ ਨੂੰ ਪਤਾ ਨਹੀਂ ਸੀਗਾ ਜਦੋਂ ਸਾਰਾ ਕੇਸ ਕਰਦੇ ਪਏ ਸੀ? ਜਦੋਂ ਕਿਡਨੀ ਰਿਐਕਟ ਹੋਇਆ ਸੀਗਾ ਅੰਮ੍ਰਿਤਸਰ, ਉਹਨਾਂ ਨੂੰ ਨਹੀਂ ਸੀ ਪਤਾ ਕਿ ਅਸੀਂ ਜਿਹੜਾ ਟ੍ਰਾਂਸਪਲਾਂਟ ਕਰ ਰਹੇ ਆ ਉਹ ਕੇਸ ਦੀ ਵਾਇਓਲੇਸ਼ਨ ਕਰ ਰਹੇ ਆ? ਜਦੋਂ ਐਮਟੀਪੀ ਐਕਟ ਸਰ ਉਹਨੂੰ ਆਪਾਂ ਇਹਦੇ ਨਾਲ ਥੋੜੀ ਜੋੜ ਸਕਦੇ ਡਾਕਟਰ ਮੁਲਤਾਨੀ। ਨਹੀਂ, ਉਹ ਮੇਰਾ ਐਕਚੁਅਲ ਕਹਿਣ ਦਾ ਮਤਲਬ ਹੈਗਾ ਕਿ ਜਿਹੜੀਆਂ ਚੀਜ਼ਾਂ ਅਨਨੈਚੁਰਲ ਹੁੰਦੀਆਂ ਨੇ ਉਸ ਦੀ ਤੁਸੀਂ ਰਿਪੋਰਟਿੰਗ ਕਰਨੀ ਹੁੰਦੀ ਹੈ ਟੂ ਦਾ ਜਿਹੜੀ ਲੋਕਲ ਅਥਾਰਟੀ। ਚਲੋ ਠੀਕ। ਹਾਂ ਸ਼ਸ਼ੀਕਾਂਤ ਜੀ, ਮੈਂ ਆ ਰਿਹਾ ਡਾਕਟਰ ਮੁਲਤਾਨੀ। ਹਾਂ ਸ਼ਸ਼ੀਕਾਂਤ ਜੀ ਬੋਲੋ, ਕੀ ਕਹਿਣਾ ਚਾਹते? ਮੈਂ ਇਹ ਕਹਿਣਾ ਚਾਹੁੰਦਾ ਸੀ ਜਿਹੜਾ ਕਿਡਨੀ ਸਕੈਂਡਲ ਸੀ ਉਹ ਵਕ ਹੈਗਾ, ਜੇ ਕੋਈ ਲੇਡੀ ਜਿਹੜੀ ਹੈਗੀ ਸ਼ੀ ਇਜ਼ ਇਨ ਫੈਮਿਲੀ ਵੇ, ਉਹਦਾ ਜਿਹੜਾ ਟ੍ਰੀਟਮੈਂਟ ਹੋਇਆ ਹੈਗਾ ਸਾਰਾ ਵਿਦੇਸ਼ ਹੋਇਆ ਹੈਗਾ, ਜੇ ਬੱਚਾ ਇੱਥੇ ਪੈਂਦਾ ਹੈਗਾ, ਮੈਨੂੰ ਨਹੀਂ ਜਾਪਦਾ ਕਿ ਉਹਦੇ 'ਚ ਕੋਈ ਐਸਾ ਲੀਗਲ ਬੰਦਿਸ਼ ਹੈਗੀ। ਇਹ ਜ਼ਰੂਰ ਹੈਗੀ ਹੈ ਜਦੋਂ ਵੀ ਕੋਈ ਬਰਥ ਹੁੰਦੀ ਹੈਗੀ ਹੈ, ਐਂਡ ਫॉर दैट ਮੈਟਰ ਕਦੇ ਕੋਈ ਜਿਹੜੀ ਮਾੜੀ ਘਟਨਾ ਹੁੰਦੀ ਹੈਗੀ, ਡੈਥ ਹੁੰਦੀਆਂ ਨੇ, ਉਹਨੂੰ ਰਿਪੋਰਟ ਕਰਨਾ ਪੈਂਦਾ ਹੈ ਹੈਲਥ ਗਵਰਨਮੈਂਟ। ਸ਼ਸ਼ੀਕਾਂਤ ਜੀ, ਤੁਹਾਨੂੰ ਇਹ ਲੱਗਦਾ ਕਿ ਪਰਿਵਾਰ ਨੂੰ ਪਰੇਸ਼ਾਨ ਕੀਤਾ ਜਾ ਰਿਹਾ? ਹਾਂ, ਜਿਸ ਤਰੀਕੇ ਦੇ ਨਾਲ ਆ ਰਿਹਾ ਹੈਗਾ, ਜਿਹੜਾ ਹੀ ਬੰਦਾ ਉੱਥੇ ਗਿਆ ਹੈਗਾ, ਜਿਸ ਤਰ੍ਹਾਂ ਡਾਕਟਰ ਸਾਹਿਬ ਵੀ ਕਹਿ ਰਹੇ ਸਨ, ਹੋ ਸਕਦਾ ਉਹਨਾਂ ਦੀ ਭਾਸ਼ਾ ਜਿਹੜੀ ਹੈਗੀ ਇਹ ਉੱਚੇ ਥੱਲੇ ਹੋਏ, ਬਟ ਦਿਸ ਇਜ਼ ਜਿਹੜਾ ਕਰਨਾ ਹੈਗਾ ਪਤਾ ਕਰਦੇ ਤੁਸੀਂ ਉੱਥੇ ਪਤਾ ਕਰੋ ਜਿਸ ਕਲੀਨਿਕ ਤੇ ਹੋਇਆ ਹੈਗਾ ਉਹਦੇ ਵਿੱਚ ਵੀ ਜਿਹੜਾ ਹੈਗਾ। ਆਈ ਡੋਂਟ ਥਿੰਕ ਡਾਕਟਰਸ ਨੇ ਗਲਤੀ ਕੀਤੀ ਹੈ, ਜੋ ਕਿ ਪੇਸ਼ੈਂਟ ਆਦਾ ਉਹਨਾਂ ਦੀ ਡਿਊਟੀ ਬਣਦੀ ਹੈ, ਫਰਜ਼ ਬਣਦਾ ਹੈ ਟੂ ਟ੍ਰੀਟ, ਡਿਲੀਵਰੀ ਕਰਾਣੀ ਹੈ, देयर ਡਿਊਟੀ, ਮੋਰਲ ਡਿਊਟੀ ਟੂ ਇਨਸ਼ੋਰ दैट दे गिव ਪੂਰਾ ਟ੍ਰੀਟਮੈਂਟ ਦੇ ਕੇ ਪੂਰੀ ਸਰਵਿਸ ਦੇਣ। ਚਲੋ ਡਾਕਟਰ ਸਿੰਘ ਮੈਨੂੰ ਵੀ ਬੜਾ ਅਜੀਬ ਲੱਗਦਾ ਪਿਆ ਸਰ, ਜਿਹੜਾ ਜੀ ਹਜੇ ਆਇਆ ਸਰ, ਜੇ ਕੱਲ ਨੂੰ ਉਹ ਵੱਡਾ ਹੋ ਕੇ ਸਰ ਇਹ ਡਿਬੇਟਸ ਦੇਖੂਗਾ, ਉਹਦੇ ਮਨ ਤੇ ਕੀ ਅਸਰ ਹੋਊਗਾ ਡਾਕਟਰ ਸਿੰਘ? ਉਹਦੇ ਮਾਪਿਆਂ ਦਾ ਹਾਲ ਤਾਂ ਸਾਰਿਆਂ ਨੂੰ ਪਤਾ ਸਰ ਡਾਕਟਰ ਸਿੰਘ। ਮੈਨੂੰ ਇਹ ਚੀਜ਼ ਬੜੀ ਪਰੇਸ਼ਾਨ ਕਰ ਰਹੀ ਹੈ ਸਰ। ਜਦੋਂ ਮੈਂ ਡਿਬੇਟ ਬਾਰੇ ਸੋਚਿਆ ਸੀ ਨਾ, ਮੈਨੂੰ ਉਦੋਂ ਹੀ ਬਹੁਤ ਪਰੇਸ਼ਾਨ ਕੀਤਾ ਸੀ ਇਸ ਇਸ਼ੂ ਨੇ। ਦੇਖੋ ਕੇਪੀ ਜੀ, ਗੱਲ ਇਹ ਹੈ ਕਿ ਜਦੋਂ ਆਪਾਂ ਲਾਅ ਦੀ ਗੱਲ ਕਰਦੇ ਹਾਂ ਔਰ ਹੈਲਥ ਨਾਲ ਰਿਲੇਟਡ ਗੱਲ ਕਰਦੇ ਹਾਂ ਤਾਂ ਸਾਨੂੰ ਸਾਰਾ ਕੁਝ ਦੇਖਣਾ ਪੈਂਦਾ ਹੈ, ਜਜ਼ਬਾਤ ਵੀ ਦੇਖਣੇ ਪੈਂਦੇ ਨੇ ਔਰ ਲਾਅ ਵੀ ਦੇਖਣਾ ਪੈਂਦਾ ਹੈ। ਲਾਅ ਦੇ ਦਾਇਰੇ ਦੇ ਵਿੱਚ ਰਹਿ ਕੇ ਅਸੀਂ ਜਜ਼ਬਾਤਾਂ ਦੇ ਹਿਸਾਬ ਨਾਲ ਚੱਲਣਾ ਹੈ। ਸੋ ਇਸ ਕਰਕੇ ਜੇ ਕੋਈ ਲੈਟਰ ਆਈ ਹੈ, ਹੁਣੇ ਆਪਣੇ ਪਾਸੀ ਬਾਈ ਜੀ ਨੇ ਕਿਹਾ ਕਿ ਕੋਡ ਆਫ ਕੰਡਕਟ ਲੱਗ ਚੁੱਕਾ ਹੈ, ਇਹਦੇ ਵਿੱਚ ਪੰਜਾਬ ਸਰਕਾਰ ਦਾ ਕੋਈ ਹੱਥ ਨਹੀਂ ਹੈ। ਭਾਈ ਕੋਡ ਆਫ ਕੰਡਕਟ ਪੂਰੇ ਦੇਸ਼ 'ਚ ਲੱਗਾ ਹੈ, ਇਕੱਲੇ ਪੰਜਾਬ 'ਚ ਨਹੀਂ ਲੱਗਾ, ਔਰ ਸੈਂਟਰ ਵਾਸਤੇ ਵੀ ਹੈ, ਔਰ ਸੈਂਟਰ ਇਸ ਦਾ ਮਤਲਬ ਸੈਂਟਰ ਦਾ ਵੀ ਬੀਜੇਪੀ ਦਾ ਵਿੱਚ ਕੋਈ ਰੋਲ ਨਹੀਂ ਹੈ। ਇਹ ਤਾਂ ਕੋਡ ਆਫ ਕੰਡਕਟ ਲੱਗ ਚੁੱਕਾ ਹੈ, ਜੋ ਵੀ ਅੱਜ ਕੱਲ੍ਹ ਹੋ ਰਿਹਾ ਜਾਂ ਜੋ ਵੀ ਹੋ ਰਿਹਾ ਇਹ ਤਾਂ ਕੋਡ ਆਫ ਕੰਡਕਟ ਲੱਗਾ ਹੈ। ਪਰ ਫਿਰ ਵੀ ਮੈਂ ਇਹ ਗੱਲ ਕਹਿਣਾ ਕਿ ਜੋ ਵੀ ਹੋ ਰਿਹਾ, ਜੇ ਲੈਟਰ ਆਈ ਹੈ ਸੈਂਟਰ ਦੇ ਕਿਸੇ ਆਫੀਸ਼ੀਅਲ ਡਿਪਾਰਟਮੈਂਟ ਵੱਲੋਂ ਕੋਡ ਆਫ ਕੰਡਕਟ ਦੇ ਦੌਰਾਨ ਜਿਹਦੇ ਵਿੱਚ ਬੀਜੇਪੀ ਦਾ ਕੋਈ ਹੱਥ ਨਹੀਂ, ਤਾਂ ਇੱਕ ਲਾਅ ਦੇ ਅਦਾਰੇ 'ਚ ਆਈ ਹੈ, ਇੱਕ ਕਾਨੂੰਨਨ ਤੌਰ ਤੇ ਆਈ ਹੈ, ਕੋਈ ਗਲਤ ਲੈਟਰ ਨਹੀਂ ਹੈ। ਉਹਨਾਂ ਨੇ ਸਿਰਫ ਇਹ ਪੁੱਛਿਆ ਕਿ ਇਸ ਸਿੱਧੂ ਮੂਸੇਵਾਲੇ ਪਰਿਵਾਰ ਦੇ ਜੋ ਬੱਚਾ ਆਇਆ, ਜੋ ਜੀ ਆਇਆ, ਉਹਦੇ ਸਬੰਧ ਵਿੱਚ IVF ਜੋ ਕਿ ADR ਐਕਟ ਹੈ, ਉਹਦੇ ਆਧਾਰ ਦੇ ਵਿੱਚ ਸਾਡੇ ਕੋਲ ਰਿਕਾਰਡ ਨਹੀਂ ਹੈਗਾ, ਤੁਸੀਂ ਸਾਨੂੰ ਰਿਕਾਰਡ ਉਪਲਬਧ ਕਰਵਾਓ, ਜੋ ਲੈਟਰ 'ਚ ਲਿਖਿਆ ਗਿਆ ਇਹੀ ਲਿਖਿਆ ਗਿਆ ਨਾ। ਉਸ ਤੋਂ ਬਾਅਦ ਉੱਥੋਂ ਦੇ ਬਠਿੰਡਾ ਸਿਵਲ ਸਰਜਨ ਦੀ ਜਾਂ ਬਠਿੰਡਾ ਹੈਲਥ ਅਥਾਰਟੀਜ਼ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਉਸ ਹਸਪੀਟਲ ਦੇ ਨਾਲ ਟਾਈ ਅਪ ਕਰਦੇ, ਜਿਵੇਂ ਮੈਂ ਪਹਿਲਾਂ ਰਿਕਾਰਡ। ਚਲੋ ਡਾਕਟਰ ਸਿੰਘ, ਮੈਂ ਇੱਕ ਚੀਜ਼ ਤੁਹਾਡੀ ਮੰਨ ਲਾਂ ਡਾਕਟਰ ਸਿੰਘ, ਮੈਨੂੰ ਇੱਕ ਚੀਜ਼ ਦੱਸ ਦਿਓ ਡਾਕਟਰ ਸਾਹਿਬ, ਜੇ ਉਹ ਰਿਪੋਰਟ ਮਿਲ ਵੀ ਗਈ, ਸਾਰਾ ਕੁਝ ਹੋ ਗਿਆ ਸਰ, ਕੀ ਕਰੋਗੇ ਸਰ? ਬੱਚੇ ਦਾ ਕੀ ਕਰੋਗੇ? ਉਹਦੇ ਮਾਪਿਆਂ ਦਾ ਕੀ ਕਰੋਗੇ? ਮੈਨੂੰ ਇਹ ਦੱਸ ਦਿਓ ਸਰ। ਦੇਖੋ ਜਗਰ ਇਹਦੇ ਵਿੱਚ ਬਹੁਤ ਸਾਰੇ ਪਹਿਲੂ ਨੇ। ਪਹਿਲੀ ਗੱਲ ਹੈ ਕਿ ਕੀ ਉਹ IVF ਇੰਡੀਆ 'ਚ ਹੋਇਆ ਜਾਂ ਇੰਡੀਆ ਤੋਂ ਬਾਹਰ ਹੋਇਆ? ਅਗਰ ਇੰਡੀਆ 'ਚ ਹੋਇਆ ਤਾਂ ਹੁਣ ਤੱਕ ਪਹਿਲੇ ਕਿਉਂ ਨਹੀਂ ਰਜਿਸਟਰਡ ਹੋਇਆ ਸੀ? ਬਹੁਤ ਇੰਪੋਰਟੈਂਟ ਪੁਆਇੰਟ ਹੈ ਕੇਪੀ ਜੀ, ਕੋਈ ਇਹ ਨਹੀਂ ਹੈ। ਠੀਕ ਹੈ, ਮੇਰੇ ਵਾਸਤੇ ਜਾਂ ਤੁਹਾਡੇ ਵਾਸਤੇ ਜਾਂ ਕਿਸੇ ਵਿਅਕਤੀ ਵਾਸਤੇ ਲਾਅ ਸੇਮ ਹੈ। ਜਜ਼ਬਾਤ ਜਿਹੜੀ ਗੱਲ ਹੈ ਕਿ ਇੰਨੀ ਲੇਟ ਦੇ ਵਿੱਚ ਮੈਨੂੰ ਇਹ ਦੱਸ ਦਿਓ ਸਰ, ਪੰਜਾਬ ਸਰਕਾਰ ਨੂੰ ਪੁਆਇੰਟ ਆਊਟ ਕਰ ਰਹੇ ਹੋ ਤੁਸੀਂ, ਉਸ ਸੈਂਟਰ ਨੂੰ ਪੁਆਇੰਟ ਆਊਟ ਕਰ ਰਹੇ ਹੋ ਜਾਂ ਉਸ ਫੈਮਿਲੀ ਨੂੰ ਪੁਆਇੰਟ ਆਊਟ ਕਰ ਰਹੇ ਹੋ? ਨਹੀਂ ਕੇਪੀ ਜੀ, ਮੈਂ ਤੁਸੀਂ ਗੱਲ ਨਹੀਂ ਸਮਝ ਰਹੇ, ਮੈਂ ਲਾਅ ਦੀ ਗੱਲ ਕਰ ਰਿਹਾ, ਮੈਂ ਕਿਸੇ ਪਰਿਵਾਰ ਦੀ ਗੱਲ ਨਹੀਂ ਕਰ ਰਿਹਾ। ਜਿੱਥੇ ਸਾਡੇ ਵੀ ਵੱਡੇ ਸਿੱਧੂ ਮੂਸੇਵਾਲੇ ਦਾ ਮਰਡਰ ਹੋਇਆ ਸੀ ਤਾਂ ਉਹਦੇ ਇਨਸਾਫ ਲਈ ਜੇ ਅਸੀਂ ਗੱਲ ਕਰਦੇ ਹਾਂ ਤਾਂ ਅਸੀਂ ਇਨਸਾਫ ਦੀ ਗੱਲ ਕਰਦੇ ਹਾਂ। ਚਲੋ ਤੁਸੀਂ ਡਾਕਟਰ ਹੋ ਡਾਕਟਰ ਥਿੰਦ, ਮੈਨੂੰ ਇੱਕ ਚੀਜ਼ ਦੱਸ ਦਿਓ ਸਰ। ਠੀਕ ਹੈ, ਤੁਸੀਂ ਲਾਅ ਆਫ ਲੈਂਡ ਦੀ ਗੱਲ ਕਰ ਦਿਓ, ਮੈਨੂੰ ਇੱਕ ਚੀਜ਼ ਦੱਸ ਦਿਓ ਸਰ,
ਭਾਰਤ ਦੇ ਵਿੱਚ ਕੋਈ 50 ਸਾਲ ਤੋਂ ਬਾਅਦ ਕੋਈ IVF ਤਕਨੀਕ ਨਾਲ ਕੋਈ ਬੱਚਾ ਇਸ ਦੁਨੀਆ ਵਿੱਚ ਨਹੀਂ ਆਇਆ। ਡਾਕਟਰ ਥਿੰਦ, ਤੁਸੀਂ ਇਹ ਅਸ਼ੋਰਟੀ ਨਾਲ ਕਹਿ ਸਕਦੇ ਹੋ ਸਰ? ਕੇਪੀ ਜੀ ਦੇਖੋ, ਜੇ ਕਾਨੂੰਨ 'ਚ 50 ਸਾਲ ਦੀ ਉਮਰ ਰੱਖੀ ਗਈ, ਜਿਵੇਂ ਪਾਸੀ ਸਾਹਿਬ ਨੇ ਦੱਸਿਆ ਕੋਰਟ ਤੋਂ ਪਰਮਿਸ਼ਨ ਲਈ, ਪਹਿਲੇ ਕੋਰਟ ਤੋਂ ਪਰਮਿਸ਼ਨ ਲਈ ਜਾਂਦੀ ਹੈ। ਅੱਜ ਵੀ ਅਗਰ ਕੋਈ ਬੱਚਾ ਹੋ ਜਾਂਦਾ ਹੈ, ਕੁਝ ਐਬਨੋਰਮੈਲਿਟੀ ਆ ਜਾਂਦੀ ਹੈ, ਔਰ ਇੱਕ ਟਾਈਮ ਹੁੰਦਾ 3 ਮੰਥਸ ਦੀ ਫਿਟਲ ਏਜ ਤੋਂ ਬਾਅਦ ਅਗਰ ਕੋਈ ਐਬਨੋਰਮੈਲਿਟੀ ਆ ਜਾਂਦੀ ਹੈ, ਅਗਰ ਬੱਚੇ ਦਾ ਅਬੋਰਸ਼ਨ ਕਰਵਾਉਣਾ ਪੈਣਾ ਤੇ ਕੋਰਟ ਤੋਂ ਪਰਮਿਸ਼ਨ ਲੈ ਕੇ ਕਰਨਾ ਪੈਂਦਾ ਹੈ। ਕੁਝ ਦਾਇਰੇ ਹੁੰਦੇ, ਕਿਉਂਕਿ ਜਿੱਥੇ ਸਾਡੇ ਹਰ ਇੱਕ ਦੇਸ਼ ਦਾ ਆਪਣਾ ਕਾਨੂੰਨ ਹੁੰਦਾ ਹੈ, ਹਰ ਦੇਸ਼ ਨੇ ਸਿਰਫ ਫੈਮਿਲੀ ਰਿਲੇਸ਼ਨਸ ਜਾਂ ਫੈਮਿਲੀ ਸਟੇਟਸ ਨਹੀਂ ਦੇਖਣਾ ਹੁੰਦਾ, ਮਦਰ ਹੈਲਥ ਵੀ ਦੇਖਣੇ ਹੁੰਦੇ ਆ ਔਰ ਗਾਂ ਦਾ ਮਾਹੌਲ ਵੀ ਦੇਖਣਾ ਹੁੰਦਾ। ਸੋ ਇਸ ਕਰਕੇ ਇਹ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਕਿ IVF ਨਹੀਂ, ਜਿਵੇਂ ਕਿ ਪਹਿਲੇ ਮੈਡਮ ਦੱਸਦੇ ਗਏ ਕਿ ਸਾਡੇ ਦੇਸ਼ ਦਾ ਕਾਨੂੰਨ 50 ਸਾਲ ਤੱਕ ਦੀ ਉਮਰ ਦਾ ਹੈ। ਅਗਰ ਉਸ ਤੋਂ ਇਹ ਨਹੀਂ ਹੈ, ਨੈਚੁਰਲ ਵੇ ਦੇ ਨਾਲ 70 ਸਾਲ ਤੱਕ ਦੀ ਪ੍ਰੈਗਨੈਂਸੀ ਹੋਈਆਂ ਨੇ, ਦੁਨੀਆ ਦੇ ਵਿੱਚ ਹੁੰਦੀਆਂ ਨੇ ਨੈਚੁਰਲ ਵੇ ਦੇ ਨਾਲ। ਪਰ ਜਦੋਂ ਆਪਾਂ ਆਰਟੀਫੀਸ਼ੀਅਲ ਪ੍ਰੈਗਨੈਂਸੀ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਾਸਤੇ ਬਹੁਤ ਸਾਰੇ ਕਾਨੂੰਨ ਹੁੰਦੇ ਨੇ, ਬਹੁਤ ਸਾਰੇ ਰੀਜ਼ਨਸ ਹੁੰਦੇ ਨੇ ਕਿਉਂ ਲਈ ਗਈ ਹੈ, ਕਾਹਤੋਂ ਲਈ ਗਈ ਹੈ। ਸੋ ਡਾਕਟਰ ਵਿਜੇਦੀਪ ਨੂੰ ਜਾਣਾ ਪੈ ਗਿਆ, ਕੋਈ ਅਰਜੈਂਟ ਉਹਨਾਂ ਕੋਲ ਡਿਲੀਵਰੀ ਕਾਲ ਆ ਗਈ ਹੈ। ਇੱਕ ਛੋਟਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ। ਸਵਾਲ ਹੋਰ ਵੀ ਹੈ, ਕਰਨੇ ਜ਼ਰੂਰ ਹੈ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਤੇ ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ, ਸਿੱਧੂ ਪਰਿਵਾਰ ਦੇ ਜਸ਼ਨਾਂ 'ਚ ਐਕਸ਼ਨ ਟੇਕਨ ਰਿਪੋਰਟ ਦੀ ਟੈਨਸ਼ਨ ਦੇ ਪਰਦੇ ਪਿੱਛੇ ਕੀ ਹੈ? ਪਾਸੀ ਸਾਹਿਬ, ਸਰ ਸਰਕਾਰਾਂ ਛੱਡੋ, ਸਰ ਕੇਂਦਰ ਛੱਡੋ, ਪੰਜਾਬ ਛੱਡੋ, ਪਾਸੀ ਸਾਹਿਬ ਮੈਨੂੰ ਉਸ ਪਰਿਵਾਰ ਬਾਰੇ ਦੱਸੋ ਸਰ। ਉਸ ਪਰਿਵਾਰ ਨੂੰ ਇਸ ਵਕਤ ਟੈਨਸ਼ਨ 'ਚ ਕਿਉਂ ਪਾਇਆ ਹੈ ਸਾਰਿਆਂ ਨੇ? ਦੇਖੋ, ਮੈਂ ਇੱਕ ਗੱਲ ਕਲੀਅਰ ਕਰਦਾ, ਸਾਡੇ ਵੱਲੋਂ ਕੋਈ ਟੈਨਸ਼ਨ ਵੱਲੋਂ ਨਹੀਂ ਪਾਇਆ ਔਰ ਅਸੀਂ ਉਸ ਪਰਿਵਾਰ ਦੇ ਨਾਲ ਖੜੇ ਆ। ਅਸੀਂ ਬਿਲਕੁਲ, ਤੁਸੀਂ ਕੁਐਸਚਨ ਕੀਤਾ, ਅਸੀਂ ਡਿਫੈਂਡ ਕਰੋਗੇ, ਬਿਲਕੁਲ ਲੀਗਲ ਲਿਮਿਟਸ ਦੇ ਵਿੱਚ ਅਸੀਂ ਪੂਰੀ ਤਰ੍ਹਾਂ ਇਹਨਾਂ ਨੂੰ ਡਿਫੈਂਡ ਕਰਾਂਗੇ। ਇਸੇ ਲਈ ਇਹ ਸਾਰੀ ਸਟੱਡੀ ਚੱਲ ਰਹੀ ਹੈ। ਦੂਸਰੀ ਚੀਜ਼ ਮੈਂ ਇੱਕ ਹੋਰ ਤੁਹਾਨੂੰ ਕੇਪੀ ਜੀ ਦੱਸਦਾ, ਅਸੀਂ ਬਿਲਕੁਲ ਇਹ ਚਾਹਾਂਗੇ ਕਿ ਵਿਰੋਧੀ ਪਾਰਟੀਆਂ ਵੀ ਆਪਣੀ ਕੁਟਿਲ ਰਾਜਨੀਤਿਕ ਚਾਲਾਂ ਘੱਟੋ ਘੱਟ ਇਹੋ ਜਿਹੇ ਸੈਂਸਿਟਿਵ ਮੁੱਦੇ ਦੇ ਨਾਲ ਮਿਲ ਕੇ ਨਾ ਖੇਲਣ, ਉਹਨੂੰ ਯੂਜ਼ ਕਰਕੇ ਨਾ ਖੇਲਣ, ਜਿੱਦਾਂ ਦਾ ਅੱਜ ਸਵੇਰ ਦਾ ਮਾਹੌਲ ਬਣਾਇਆ ਜਾ ਰਿਹਾ ਹੈ। ਇੱਕ ਤੁਸੀਂ ਕੇਪੀ ਜੀ ਕੁਐਸਚਨ ਪੁੱਛਿਆ ਸੀ, ਮੈਂ ਉਹਦਾ ਜਵਾਬ ਦੇਣਾ ਚਾਹੁੰਦਾ। ਪਹਿਲੀ ਵਾਰ ਜਦੋਂ ਹਿੰਦੁਸਤਾਨ ਦੇ ਵਿੱਚ 1981 ਦੇ ਵਿੱਚ ਕੈਲਕਟਾ ਦੇ ਵਿੱਚ ਦੁਰਗਾ ਜਿਹੜੀ ਇੱਕ ਬੱਚਾ ਹੋਇਆ ਸੀਗਾ, ਡਾਕਟਰ ਸੁਭਾਸ਼ ਮੁਖਾਪਾਧਿਆਏ 1981 ਦੇ ਵਿੱਚ IVF ਟੈਕਨੀਕ ਦੇ ਰਾਹੀਂ, ਪਰੰਤੂ ਉਸ ਟਾਈਮ ਗਵਰਨਮੈਂਟ ਨੇ ਉਹਨੂੰ ਜਿਹੜਾ ਹੈ ਰਿਕੋਗਨਾਈਜ਼ ਨਹੀਂ ਸੀ ਕੀਤਾ। ਪਰ 1986 ਦੇ ਵਿੱਚ ਡਾਕਟਰ ਆਨੰਦਾ ਔਰ ਡਾਕਟਰ ਹਰਸ਼ਾ ਨਾਮ ਦਾ ਬੱਚਾ ਸੀਗਾ 1986 ਦੇ ਵਿੱਚ, ਜਿਹਨੂੰ ਫਿਰ ਜਿਹੜਾ ਹੈ ਜੀ ਇੰਡੀਅਨ ਕਾਉਂਸਲ ਆਫ ਮੈਡੀਕਲ ਸਾਇੰਸ ਰਿਸਰਚ ਨੇ ਉਹਨੂੰ ਰਿਕੋਗਨਾਈਜ਼ ਕੀਤਾ ਸੀਗਾ। ਉਸ ਤੋਂ ਬਾਅਦ ਬਿਲਕੁਲ ਜਦੋਂ ਡਾਕਟਰ ਸਾਹਿਬ ਕਹਿ ਕੇ ਗਏ ਆ, ਡਾਕਟਰ ਵਿਜੇ ਜੀ, ਕਿ 64 ਸਾਲ ਦੀ ਇੱਕ ਲੇਡੀ ਦੇ ਵੀ ਬੱਚਾ ਹੋਇਆ ਸੀ, 58 ਸਾਲ ਦੀ ਲੇਡੀ ਦੇ ਵੀ ਹੋਇਆ ਸੀ। ਕਈ ਇਦਾਂ ਦੇ ਇਨਸਟੈਂਸਿਸ ਆਏ ਆ ਜੋ ਅਸੀਂ ਪੂਰੀ ਤਰ੍ਹਾਂ ਤਿਆਰ ਕਰਕੇ। ਮਿਸਟਰ ਪਾਸੀ ਤੁਹਾਡੀ ਦਾ ਸਰਕਾਰ ਹੈ ਨਾ ਸਰ, ਤੁਸੀਂ ਤਾਂ ਪਤਾ ਕੀਤਾ ਹੋਊਗਾ ਨਾ ਵੀ ਇਹ ਕੇਸ ਫੋਰਨ ਵਿੱਚ ਹੋਇਆ ਜਾਂ ਇੱਥੇ ਹੋਇਆ ਸਰ? ਤੁਸੀਂ ਤਾਂ ਦੱਸੋ ਨਾ ਕੁਝ ਮਿਸਟਰ ਪਾਸੀ। ਦੇਖੋ, ਮੈਂ ਉਹੀ ਤੁਹਾਨੂੰ ਦੱਸਣ ਚਾਹ ਰਿਹਾ, ਹਾਲੇ ਤੱਕ ਬਲਕੌਰ ਸਿੰਘ ਜੀ ਨੇ ਉਹ ਡਿਟੇਲ ਨਹੀਂ ਭੇਜੀ ਔਰ ਨਾ ਹੀ ਅਸੀਂ ਉਹਨਾਂ ਨੂੰ ਫਿਲਹਾਲ ਪਰੇਸ਼ਾਨ ਕਰਨਾ ਚਾਹੁੰਦੇ। ਜਦੋਂ ਉਹਨਾਂ ਨੇ ਅੱਜ ਕਿਹਾ ਬੱਚੇ ਦਾ ਇਲਾਜ ਚੱਲ ਰਿਹਾ, ਤਾਂ ਸਾਡੀ ਸਰਕਾਰ ਵੱਲੋਂ ਉਹਨਾਂ ਤੇ ਕੋਈ ਪ੍ਰੈਸ਼ਰ ਨਹੀਂ। ਮੈਨੂੰ ਇੱਕ ਚੀਜ਼ ਦੱਸੋ ਪਾਸੀ ਸਾਹਿਬ, ਸਰਕਾਰ ਵੱਲੋਂ ਤੁਸੀਂ ਕਹਿੰਦੇ ਪ੍ਰੈਸ਼ਰ ਨਹੀਂ ਹੈਗਾ, ਹੁਣ ਇਲੈਕਸ਼ਨ ਕਮਿਸ਼ਨ ਭੇਜ ਦੂਗਾ ਤੇ ਪ੍ਰਸ਼ਾਸਨ, ਫਿਰ ਉਦੋਂ ਕੀ ਕਰੋਗੇ ਤੁਸੀਂ? ਤੁਸੀਂ ਤਾਂ ਕਹਿੰਦੇ ਇਲੈਕਸ਼ਨ ਕਮਿਸ਼ਨ ਦੇ ਅੰਡਰ ਹੈ, ਸਾਡੇ ਅੰਡਰ ਤਾਂ ਹੈ ਹੀ ਨਹੀਂ। ਮੈਂ ਉਹੀ ਤੁਹਾਨੂੰ ਦੱਸ ਰਿਹਾ ਜੀ ਕਿ ਅਸੀਂ ਉੱਥੇ ਵੀ ਕੋਸ਼ਿਸ਼ ਕਰਾਂਗੇ ਕਿ ਉਸ ਪਰਿਵਾਰ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ, ਜਿੰਨੀ ਕਿ ਸਾਡੀ ਲਿਮਿਟਸ ਹੈ। ਦੂਸਰੀ ਚੀਜ਼ ਮੈਂ ਦੱਸਦਾ, ਦੇ ਕੰਮ 'ਤੇ ਤੁਸੀਂ ਅੜਿੱਕਾ ਕਿਵੇਂ ਪਾ ਸਕਦੇ ਹੋ ਪਾਸੀ ਸਾਹਿਬ? ਨਹੀਂ, ਅੜਿੱਕਾ ਨਹੀਂ ਪਾਉਣ ਦੀ ਗੱਲ ਕੀਤੀ, ਮੈਂ ਕਿਹਾ ਜਿੰਨੀ ਕਿ ਸਾਡੀ ਲੀਗਲ ਲਿਮਿਟਸ ਹੈ। ਮੇਰਾ ਵਰਡ ਯਾਦ ਕਰੋ। ਦੂਜੀ ਚੀਜ਼ ਮੈਂ ਦੱਸਦਾ, ਥਿੰਦ ਸਾਹਿਬ ਕਹਿ ਰਹੇ ਸੀ ਸਾਡੇ ਬੋਲੋ ਥਿੰਦ ਸਾਹਿਬ ਕਹਿ ਰਹੇ ਸੀ ਕਿ ਸਾਡੇ ਦੇ ਕੋਡ ਕੰਡਕਟ ਲੱਗਿਆ ਸੀ, 14 ਨੂੰ ਨਹੀਂ ਲੱਗਿਆ ਸੀ। ਜਿਸ ਦਿਨ ਇਹ ਸ਼ਰਾਰਤ ਕੇਂਦਰ ਸਰਕਾਰ ਵੱਲੋਂ ਕੀਤੀ ਗਈ ਬੀਜੇਪੀ ਦੀ, ਉਹਦਾ 14 ਤਰੀਕ ਸੀ, ਕੋਡ ਆਫ ਕੰਡਕਟ ਨਹੀਂ ਲੱਗਿਆ। ਤੁਹਾਨੂੰ ਇਹ ਸ਼ਰਾਰਤ ਲੱਗਦੀ ਹੈ ਪਾਸੀ ਸਾਹਿਬ? ਤੁਹਾਨੂੰ ਸ਼ਰਾਰਤ ਲੱਗਦੀ ਹੈ? ਬਿਲਕੁਲ ਬੀਜੇਪੀ ਦੀ ਸ਼ਰਾਰਤ। ਫਿਰ ਪੰਜਾਬ ਦੇ ਵਿੱਚ ਚਾਹੇ ਉਹ ਖਹਿਰਾ ਸਾਹਿਬ ਹੈ, ਚਾਹੇ ਉਹ ਮਜੀਠੀਆ ਸਾਹਿਬ ਹੈ, ਉਹਨਾਂ ਦੇ ਥਰੂ ਫਿਰ ਮਾਹੌਲ ਖਰਾਬ ਕਰਨ ਲਈ ਬਿਆਨਬਾਜ਼ੀ। ਮੈਨੂੰ ਇੱਕ ਚੀਜ਼ ਦੱਸ ਦਿਓ, ਮੈਂ ਇੱਕ ਚੀਜ਼ ਪੁੱਛਣਾ। ਮੈਂ ਅੱਜ ਤੁਹਾਡੇ ਚੈਨਲ ਰਾਹੀਂ ਮਜੀਠੀਆ ਸਾਹਿਬ ਨੂੰ ਕਹਿਣਾ ਕਿ ਕੇਂਦਰ ਦੀ ਚਿੱਠੀ ਦਾ ਹੁਣ ਪਤਾ ਲੱਗ ਗਈ। ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਖਿਲਾਫ ਤਾਂ ਬਾਜਵਾ ਜੀ, ਖਹਿਰਾ ਜੀ, ਮਜੀਠੀਆ ਸਾਹਿਬ ਬਹੁਤ ਕੁਝ ਬੋਲ ਗਏ। ਜਦੋਂ ਤੋਂ ਚਿੱਠੀ ਨਸਰ ਹੋ ਗਈ, ਲੋਕਾਂ ਦੇ ਸਾਹਮਣੇ ਆ ਗਈ, ਮੂੰਹ 'ਚ ਦਹੀਂ ਜੰਮ ਗਿਆ। ਚਲ ਸ਼ਸ਼ੀਕਾਂਤ ਜੀ, ਮੈਂ ਬੀਜੇਪੀ ਨੂੰ ਸਵਾਲ ਕਰੂੰਗਾ ਤਾਂ ਉਹਨਾਂ ਨੇ ਸਿੱਧਾ ਜਵਾਬ ਦੇਣਾ ਮਾਹੌਲ ਖਰਾਬ ਕਰਨ ਦੀ ਸਾਡੀ ਕੋਈ ਕੋਸ਼ਿਸ਼ ਨਹੀਂ ਹੈਗੀ, ਤਾਂ ਲਾ ਦੀ ਪਾਲਣ ਕਰਦੇ ਪਏ ਆ। ਸ਼ਸ਼ੀਕਾਂਤ ਜੀ, ਜੋ ਸਿੱਧੂ ਮੂਸੇਵਾਲੇ ਦਾ ਮਰਡਰ ਹੁੰਦਾ, ਮਾਹੌਲ ਉਦੋਂ ਵੀ ਪੰਜਾਬ ਵਿੱਚ ਖਰਾਬ ਹੋਇਆ ਸੀ। ਸ਼ਸ਼ੀਕਾਂਤ ਜੀ, ਸਵਾਲ ਬਹੁਤ ਸਾਰੇ ਉੱਠੇ ਸੀਗੇ। ਸ਼ਸ਼ੀਕਾਂਤ ਜੀ, ਅੱਜ ਇਹ ਸਵਾਲ ਕਿਉਂ ਦੁਬਾਰਾ ਚੁੱਕਿਆ ਜਾ ਰਿਹਾ ਕਿ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਹੈ? ਸ਼ਸ਼ੀਕਾਂਤ ਜੀ, ਸਿਰਫ ਇਸ ਲਈ ਜਿੱਥੇ ਤੱਕ ਮੈਂ ਸਮਝ ਸਕਦਾ ਹੈਗਾ ਕਿ ਜਿਹੜਾ ਇੱਕ ਬੱਚਾ ਆਇਆ ਹੈਗਾ ਸਿੱਧੂ ਮੂਸੇਵਾਲਾ ਦੇ ਪਰਿਵਾਰ 'ਚ ਆਇਆ ਹੈਗਾ, ਵਰਨਾ ਸਿੱਧੀ ਗੱਲ ਸੀ ਕਿ ਲੈਟਰ ਆਈ ਹੈਗੀ ਹੈ
ਜਿਹੜੇ ਸਿਵਲ ਸਰਜਨ ਸਾਹਿਬ ਹੈਗੇ ਨੇ ਉੱਥੋਂ ਰਿਪੋਰਟ ਲੈ ਕਰਕੇ ਹੈਲਥ ਡਿਪਾਰਟਮੈਂਟ ਨੂੰ ਭੇਜ ਕੇ ਜਿੱਥੇ ਅੱਗੇ ਜਾਣਾ ਹੈਗਾ, ਜਦੋਂ ਅਸੀਂ ਕਰਦੇ ਸੇ ਨੌਕਰੀ ਦੀ ਅੱਗੇ ਜਾਵੇ ਜੀ, ਥੱਲੇ ਜਾਵੇ ਜੀ, ਤਾਂ ਉਸ ਤਰ੍ਹਾਂ ਕਰਕੇ ਜਵਾਬ ਲੈ ਕਰਕੇ ਇਹਨੂੰ ਅੱਗੇ ਜਾਵੇ ਜੀ ਕਰ ਦਿੰਦੇ। ਫਾਲਤੂ ਦੇ ਵਿੱਚ ਮਾਹੌਲ ਖਰਾਬ ਕਰਕੇ, ਉਹਦੇ ਰੌਲਾ ਰੱਪਾ ਕਰਕੇ, ਪਰਿਵਾਰ ਨੂੰ ਦੁੱਖ ਦੇ ਕਰਕੇ, ਉਹਨਾਂ ਨੂੰ ਜਦੋਂ ਸੁਣਦੇ ਆ ਦੁੱਖ ਦੇ ਹੁੰਦਾ ਹੈ। देयर वाज नो नीड फॉर ऑल दिस थिंग्स, दैट्स व्हाट आई थिंक। ਤੁਹਾਨੂੰ ਇਹ ਸਿਰਫ ਫਾਰਮੈਲਿਟੀ ਸੇਕ ਲੱਗਦਾ ਸ਼ਸ਼ੀਕਾਂਤ ਜੀ, ਜਾਂ ਤੁਹਾਨੂੰ ਇਸ ਦੇ ਪਰਦੇ ਪਿੱਛੇ ਕੁਝ ਹੋਰ ਲੱਗਦਾ? ਸਰ ਜੇ ਤੁਸੀਂ ਕਿਸੇ ਚੀਜ਼ ਦੇ ਵਿਚਕਾਰ ਜਾਓਗੇ ਪਰਦੇ ਦੇ ਵਿੱਚ ਬਹੁਤ ਕੁਝ ਲੱਭਿਆ ਜਾ ਸਕਦਾ ਹੈ। ਮੈਂ ਚੀਜ਼ਾਂ ਲੈਣਾ ਹੈਗਾ ਔਨ ਦਾ ਫੇਸ ਵੈਲਿਊ। ਚਿੱਠੀ ਆਈ ਹੈਗੀ ਹੈ, ਉਹਦਾ ਜਵਾਬ ਬਣਾ ਕੇ ਸਿਵਲ ਸਰਜਨ ਸਾਹਿਬ ਚਿੱਠੀ ਅੱਗੇ ਤੋੜ ਦਿਓ ਜਿੱਥੇ ਆਈ ਹੈਗੀ ਹੈ, ਅੱਗੇ ਜਿਹੜਾ ਹੋਏਗਾ ਦੇਖਿਆ ਜਾਏਗਾ। ਇਹ ਚਿੱਠੀ ਦੇ ਰੋਲੇ ਨਾਲ ਥਿੰਨ ਸਾਹਿਬ ਮਿਲਣਾ ਕੀ ਸੀਗਾ ਵੈਸੇ? ਥਿੰਨ ਸਾਹਿਬ ਹੈਗੇ ਹੋ ਸਰ ਤੁਸੀਂ? ਮੈਂ ਤਾਂ ਡਿਸਕਨੈਕਟ ਹੋ ਗਏ ਥਿੰਨ ਸਾਹਿਬ। ਹਾਂ ਮਲਤਾਨੀ ਸਾਹਿਬ ਇਹ ਮਸਲਾ ਐਡਾ ਵੱਡਾ ਕਿਉਂ ਬਣਾਇਆ ਗਿਆ ਸਰ? ਦੇਖੋ ਮੈਂ ਪਹਿਲਾਂ ਵੀ ਇਹ ਗੱਲ ਕਹੀ ਹੈ ਕਿ ਇਹ ਕੇਪੀ ਸਿੰਘ ਜੀ ਜਦੋਂ ART ਦਾ ਕਾਨੂੰਨ ਜਿਹੜਾ ਹੈਗਾ ਉਹ ਬਣਿਆ, ART ਸਟੈਂਡਸ ਫਾਰ ਅਸਿਸਟਡ ਰਿਪਰੋਡਕਟਿਵ ਟੈਕਨੀਕਸ ਜੀ, ਇੱਕ ਉਹਦੇ ਨਾਲ ਇਸ ਨੂੰ ਆਪਾਂ ਨੂੰ ਉਹਦੇ ਨਾਲ ਕੰਪੇਅਰ ਨਹੀਂ ਕਰਨਾ ਚਾਹੀਦਾ। ਮੈਂ ਇੱਕ ਪਹਿਲਾ ਵਰਡ ਯੂਜ਼ ਕੀਤਾ ਹੈ ਕਿ देयर आर सर्टन डिजीजेस ਜਾਂ सर्टन ਸਿਚੁਏਸ਼ਨਸ ਜਿਹੜੀਆਂ ਹਸਪੀਟਲਸ ਦੇ ਵਿੱਚ ਹੁੰਦੀਆਂ ਨੇ, ਉਦੋਂ ਜਦੋਂ ਵੀ ਤੁਹਾਡੇ ਕੋਲ ਹਸਪੀਟਲ ਦੇ ਵਿੱਚ ਆਏਗਾ ਤੁਹਾਨੂੰ ਯੂ ਆਰ ਸਪੋਜ਼ ਟੂ ਰਿਪੋਰਟ ਟੂ ਦਾ, ਜੇ ਕੋਈ ਕ੍ਰਿਮੀਨਲ ਕੇਸ ਹੈਗਾ ਟੂ ਦਾ ਪੁਲਿਸ, ਇਟ ਇਜ਼ ਦਾ ਰਿਸਪੌਂਸਿਬਿਲਿਟੀ ਆਫ ਦਾ ਡਾਕਟਰ ਔਨ ਡਿਊਟੀ। ਔਰ ਅਗਰ ਇਹ ਕੇਸ ਜਿਹੜਾ ਹੈਗਾ ਕੋਈ ਸਿਵਲ ਕੇਸ ਹੈਗਾ ਇਸ ਤਰ੍ਹਾਂ ਦਾ, ਦੈਨ ਇਟ ਹੈਜ਼ ਟੂ ਬੀ ਰਿਪੋਰਟਡ ਟੂ ਦਾ ਕੰਸਰਨਡ ਲੋਕਲ ਅਥਾਰਟੀ। ਬਾਕੀ ਜਿਸ ਤੱਕ ਇਹ ਜਿਹੜਾ ਅਬਨੋਰਮਲ ਕੇਸ ਇਨ ਦੀ ਸੈਂਸ ਕਿ ਇਹ ਵਾਇਓਲੇਸ਼ਨ ਹੋਈ ਹੈ ART ਕਾਨੂੰਨ ਦੀ, ਜੋ ਅੱਜ ਦੀ ਡੇਟ ਦੇ ਵਿੱਚ ਕਾਨੂੰਨ ਐਗਜ਼ਿਸਟ ਕਰਦਾ ਹੈ, ਉਸ ਦੇ ਵਿੱਚ ਐਥਿਕਸ ਇਨਵੋਲਵਡ ਨੇ, ਉਸ ਦੇ ਵਿੱਚ ਬੱਚੇ ਦਾ ਜਨਮ ਹੋਇਆ, ਇਸ ਨੂੰ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੈ, ਸਾਰਿਆਂ ਨੂੰ ਖੁਸ਼ ਹੋਣਾ ਚਾਹੀਦਾ। ਸਵਾਲ ਤਾਂ ਇਹ ਹੈਗਾ ਕਿ ਜੇ ਉਹਦੇ ਚ ਕੋਈ ਕਾਨੂੰਨ ਦੀ ਵਾਇਓਲੇਸ਼ਨ ਆਈ ਹੈ ਤਾਂ ਉਸ ਦੇ ਬਾਰੇ ਚ ਪੋਲੀਟੀਕਲ ਹੱਲਾ ਗੁੱਲਾ ਕਰਨ ਦੀ ਵੀ ਕੋਈ ਜ਼ਰੂਰਤ ਨਹੀਂ ਹੈ। ਇਹ ਤਾਂ ਸਿੱਧਾ ਇੱਕ ਕੇਸ ਬਣਦਾ ਹੈ ਕਿ ਅਗਰ ਗਵਰਨਮੈਂਟ ਨੇ ਰਿਪੋਰਟ ਮੰਗੀ, ਅਸੀਂ ਰਿਪੋਰਟਸ ਮੰਗਦੇ ਹਾਂ, ਮੇਰੇ ਆਪ ਰਿਪੋਰਟਸ ਮੰਗੀਆਂ ਨੇ ਐਜ਼ ਏ ਆਫੀਸਰ ਮੰਗੀਆਂ ਨੇ ਕਿ ਤੁਹਾਡੇ ਹਸਪੀਟਲ ਦੇ ਵਿੱਚ ਆਹ ਗੱਲ ਹੋਈ ਹੈ, ਇਸ ਲਈ ਸਾਨੂੰ ਰਿਪੋਰਟ ਕਰ ਦਿਓ। ਵਾਟ ਇਜ਼ ਰੋਂਗ ਵਿਦ ਦੈਟ? I am supposed to do it. Rather, it is the responsibility of the civil surgeon concerned. ਜਿਸ ਵੀ ਡਿਸਟ੍ਰਿਕਟ ਦੇ ਵਿੱਚ ਕੋਈ ਡਿਲੀਵਰੀ ਇਸ ਤਰ੍ਹਾਂ ਦੀ ਹੋਈ ਹੈ, ਉਹਨੂੰ ਪਤਾ ਹੋਣਾ ਚਾਹੀਦਾ ਕਿ ART ਨਾਮ ਦਾ ਕੋਈ ਚੀਜ਼ ਜਿਹੜੀ ਹੈਗੀ ਜਾਂ IVF ਸੈਂਟਰ ਕੋਈ ਐਗਜ਼ਿਸਟ ਕਰਦਾ, ਉੱਥੇ ਕੋਈ ਵਾਇਓਲੇਸ਼ਨ ਨਾ ਹੋਵੇ। ਜਿਹੜੀ ਵਾਇਓਲੇਸ਼ਨ ਜੇ ਉੱਥੇ ਹੋਈ ਹੈ, that has to be reported. ਇਹਦੇ ਵਿੱਚ ਪੋਲਿਟਿਕਸ ਦਾ ਤਾਂ ਕੋਈ ਮਤਲਬ ਹੀ ਨਹੀਂ ਹੈ। ਇਹ ਵਿਦਆਊਟ ਕੰਪਲੇਂਟ ਵੀ ਇਹ ਨੋਟਿਸ ਲਿਆ ਜਾ ਸਕਦਾ ਹੈ ਮਿਸਟਰ ਮਲਤਾਨੀ? ਇਟ ਇਜ਼ ਨਾਟ ਅ ਕੰਪਲੇਂਟ। ਇਹਦਾ ਕੰਪਲੇਂਟ ਨਾਲ ਕੋਈ ਕੰਸਰਨ ਹੀ ਨਹੀਂ ਹੈ। ਇਹ ਤਾਂ ਇੱਕ ਜਿਹੜਾ ਹੈਗਾ ਇੱਕ ਲਾਅ ਬਣਿਆ ਹੋਇਆ, ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਕਿ ਕਈ ਨੋਟੀਫਾਈਡ ਡਿਸੀਜ਼ਸ ਹੈਗੇ ਨੇ, ਜਿਵੇਂ ਕਿਸੇ ਬੰਦੇ ਨੂੰ ਗਵਰਨਮੈਂਟ ਹਸਪੀਟਲ ਜਾਂ ਪ੍ਰਾਈਵੇਟ ਹਸਪੀਟਲ ਅਗਰ TB ਹੋਵੇ, ਇਟ ਹੈਜ਼ ਟੂ ਬੀ ਰਿਪੋਰਟਡ ਟੂ ਦਾ ਕੰਸਰਨਡ ਅਥਾਰਟੀ। ਜੇ ਕੋਈ ਟੱਟੀਆਂ ਉਲਟੀਆਂ ਦੇ ਜ਼ਿਆਦਾ ਕੇਸ ਹੋ ਜਾਣ, ਜਿਹਨੂੰ ਅਸੀਂ ਗੈਸਟ੍ਰੋਟਾਈਟਿਸ, ਇਟ ਹੈਜ਼ ਟੂ ਬੀ ਰਿਪੋਰਟਡ ਟੂ ਦਾ ਲੋਕਲ ਅਥਾਰਟੀ, ਅਦਰਵਾਈਜ਼ ਇਟ ਇਜ਼ ਦਾ ਰਿਸਪੌਂਸਿਬਿਲਿਟੀ ਆਫ ਮਲਤਾਨੀ ਸਾਹਿਬ। ਮੈਨੂੰ ਇੱਕ ਚੀਜ਼ ਦੱਸੋ ਮਲਤਾਨੀ ਸਾਹਿਬ, ਇਹ ਸੈਂਟਰ ਦੀ ਰਿਸਪੌਂਸਿਬਿਲਿਟੀ ਬਣਦੀ ਸੀ ਨਾ ਵੀ ਰਿਪੋਰਟ ਦੇਣੀ? ਸਰ ਪਹਿਲੀ ਗੱਲ ਤਾਂ ਇਹ ਹੈਗੀ ਹੈ, ਮੈਂ ਤੁਹਾਨੂੰ ਇੱਕ ਗੱਲ ਕਹੀ ਹੈ ਕਿ ਜੇ ਇਹ ਬਾਈ ਚਾਂਸ ਇਹ ਲੈਟਰ ਆ ਵੀ ਗਿਆ, ਇਹਦੇ ਤੇ ਕੋਈ ਐਡਾ ਵੱਡਾ ਜਿਹੜਾ ਹੈ ਮਲਤਾਨੀ ਸਾਹਿਬ ਮੈਨੂੰ ਥੋੜਾ ਜਿਹਾ ਕਲੀਅਰ ਕਰ ਦਿਓ। ਮਲਤਾਨੀ ਸਾਹਿਬ ਇਹ ਸੈਂਟਰ ਦੀ ਰਿਸਪੌਂਸਿਬਿਲਿਟੀ ਬਣਦੀ ਸੀ ਰਿਪੋਰਟ ਦੇਣਾ? ਬਿਲਕੁਲ ਬਣਦੀ ਸੀ। ਤੇ ਸਰ ਉਹਦੇ ਮਾਪਿਆਂ ਕੋਲੇ ਡਾਇਰੈਕਟ ਜਾਣਾ ਚਾਹੀਦਾ ਸੀ ਜਾਂ ਨਹੀਂ ਜਾਣਾ ਚਾਹੀਦਾ ਸੀ? ਕਿਹਦੇ ਕੋਲ? ਉਹ ਬੱਚੇ ਦੇ ਮਾਪਿਆਂ ਕੋਲੇ ਡਾਇਰੈਕਟ ਜਾਣਾ ਚਾਹੀਦਾ ਸੀ ਕਿ ਨਹੀਂ ਜਾਣਾ ਚਾਹੀਦਾ, ਜਿਨ੍ਹਾਂ ਨੇ IVF ਤਕਨੀਕ ਅਪਣਾਈ ਹੈ, ਚਾਹੇ ਉਹ ਚਰਨ ਕੌਰ ਹੈ ਤੇ ਚਾਹੇ ਉਹ ਬਲਕੌਰ ਸਿੰਘ ਹਰੀ ਹੈ, ਉਹਨਾਂ ਕੋਲ ਜਾਣਾ ਚਾਹੀਦਾ ਹੈ ਡਾਇਰੈਕਟ ਪ੍ਰਸ਼ਾਸਨ ਨੂੰ ਜਾਂ ਨਹੀਂ ਸਰ? ਉਸ ਦਾ ਕਾਰਨ ਇਹ ਬਣਿਆ ਕਿ ਜੋ ਮੀਡੀਆ ਦੇ ਵਿੱਚ ਗਲਤ ਢੰਗ ਦੇ ਨਾਲ ਰਿਪੋਰਟਿੰਗ ਹੋ ਰਹੀਆਂ ਨੇ, ਗਲਤ ਮੇਰਾ ਕਹਿੰਦਾ ਮਤਲਬ ਕਿ ਜਿਸ ਤਰ੍ਹਾਂ ਡਿਲੀਵਰੀ ਤੇ ਅਜੇ ਪਰਸੋਂ ਰਾਤ ਹੋਈ ਹੈ ਤੇ ਇਹ ਰਿਪੋਰਟਿੰਗ ਤਾਂ ਚਲਦੀਆਂ ਨੇ ਹਫਤਾ 10 ਦਿਨ ਹੋ ਗਏ ਨੇ ਕਿ ਉਹਦੇ ਘਰ ਬੱਚੇ। ਮਲਤਾਨੀ ਸਾਹਿਬ ਮੇਰਾ ਸਵਾਲ ਹੈ ਸਰ, ਪੇਰੈਂਟਸ ਕੋਲੇ ਜਾਣਾ ਬੰਦਾ ਸੀ, ਪੁਲਿਸ ਪ੍ਰਸ਼ਾਸਨ ਦਾ ਨਹੀਂ ਸਰ? ਪੁਲਿਸ ਦਾ ਇਹਦੇ ਵਿੱਚ ਕੰਮ ਹੀ ਕੋਈ ਨਹੀਂ ਹੈ। ਨਹੀਂ ਨੋ ਪੁਲਿਸ ਦਾ ਇਹਦੇ ਵਿੱਚ ਕੀ ਕੰਸਰਨ ਹੈ? ਫਿਰ ਇਹਦਾ ਮਤਲਬ ਜਾਣਬੁੱਝ ਕੇ ਪਰੇਸ਼ਾਨ ਕੀਤਾ ਜਾ ਰਿਹਾ ਮਾਪਿਆਂ ਨੂੰ ਸਰ? ਮਲਤਾਨੀ ਸਾਹਿਬ ਅਗਰ ਪੁਲਿਸ ਉੱਤੇ ਗਈ ਹੈ ਤਾਂ ਬਿਲਕੁਲ ਉਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ। ਪਾਸੀ ਸਾਹਿਬ ਪੁਲਿਸ ਗਈ ਹੈ ਉੱਥੇ ਸਰ? ਬਿਲਕੁਲ ਬਲਕੌਰ ਸਿੰਘ ਜੀ ਨੇ ਪੁਲਿਸ ਨਹੀਂ ਕਿਹਾ। ਹਾਂ ਕੀ ਸ਼ਬਦ ਬੋਲਿਆ? ਕਲੀਅਰ ਕਰਦਾ, ਉਹਨਾਂ ਦੀ ਸੂਰੀ ਸੁਣੋ, ਉਹਨਾਂ ਨੇ ਕਿਹਾ ਪ੍ਰਸ਼ਾਸਨ। ਹਾਂ ਪੁਲਿਸ ਵਰਡ ਨਹੀਂ ਯੂਜ਼ ਕੀਤਾ, ਪਹਿਲੀ ਚੀਜ਼। ਦੂਸਰੀ ਚੀਜ਼, ਪ੍ਰਸ਼ਾਸਨ ਦਾ ਜਾਣਾ ਬੰਦਾ ਸੀ ਪਾਸੀ ਸਾਹਿਬ? ਮੈਂ ਤੁਹਾਨੂੰ ਇੱਕ ਉਹ ਹੋ ਸਕਦਾ ਹੁਣ ਉਹ ਕਿਹੜਾ ਆਫੀਸਰ ਗਿਆ, ਕਿਉਂ ਗਿਆ, ਕਿਹਨੇ ਗਿਆ, ਕਿਆ ਉਹ ਸੈਂਟਰ ਦਾ ਪਤਾ ਕਰਨ ਗਿਆ ਜਾਂ ਕਿਆ ਉਹ ਉਹਨਾਂ ਤੋਂ ਜਾਣਕਾਰੀ ਲੈਣ ਗਿਆ, ਸਾਡੇ ਨੌਲੇਜ 'ਚ ਨਹੀਂ ਹੈ, ਨਾ ਸਾਨੂੰ ਪਤਾ ਹੈ। ਦੂਜੀ ਚੀਜ਼ 27/2/2024 ਦੇ ਹਿੰਦੁਸਤਾਨ ਟਾਈਮਜ਼ ਦਾ ਹਵਾਲਾ ਦਿੱਤਾ ਇਸ ਚਿੱਠੀ ਦੇ ਵਿੱਚ। ਅਗਰ ਪੰਜਾਬ ਸਰਕਾਰ ਨੇ ਕੋਈ ਪਰੇਸ਼ਾਨੀ ਪੈਦਾ ਕਰਨੀ ਹੁੰਦੀ ਤਾਂ 27/2 ਤੋਂ ਲੈ ਕੇ ਜਦੋਂ ਤੱਕ ਕੋਡ ਆਫ ਕੰਡਕਟ ਲੱਗਿਆ ਉਦੋਂ ਤੱਕ ਨਾ ਪਰੇਸ਼ਾਨੀ ਪੈਦਾ ਕਰ ਦਿੰਦੇ, ਉਦੋਂ ਨਾ ਅਸੀਂ ਕੋਈ ਭੇਜ ਦਿੰਦੇ।
27/2/2024 ਦੇ ਹਿੰਦੁਸਤਾਨ ਟਾਈਮਜ਼ ਦੀ ਖਬਰ ਹੈ, ਕਹਿੰਦੇ ਜਿਹਨੂੰ ਲੈ ਕੇ ਚਿੱਠੀ ਕੱਢੀ ਗਈ ਹੈ 14 ਤਰੀਕ ਨੂੰ। ਪੰਜਾਬ ਸਰਕਾਰ ਨੇ ਤਾਂ ਕੋਈ ਚਿੱਠੀ ਨਹੀਂ ਕੱਢੀ। ਸ਼ਸ਼ੀਕਾਂਤ ਜੀ ਪੁਲਿਸ ਕਹਿੰਦੇ ਪੁਲਿਸ ਸ਼ਬਦ ਨਹੀਂ ਬੋਲਿਆ, ਸ਼ਸ਼ੀਕਾਂਤ ਜੀ ਪ੍ਰਸ਼ਾਸਨ ਸ਼ਬਦ ਬੋਲਿਆ ਜਾ ਰਿਹਾ। ਹਾਂ, ਪ੍ਰਸ਼ਾਸਨ ਬੋਲਿਆ ਜਾ ਰਿਹਾ, ਪਰ ਮੈਂ ਤੇ ਇੱਕ ਹੋਰ ਗੱਲ ਕਹਿਣਾ ਚਾਹੁੰਦਾ ਹਾਂ। ਪੁਲਿਸ ਤਾਂ ਇੱਕ ਮਿੰਟ ਕਹੂੰਗਾ ਸਿਰਫ ਇੱਕ ਮਿੰਟ ਸ਼ਸ਼ੀ ਜੀ, ਪੁਲਿਸ ਤਾਂ ਵਿਰੋਧੀ ਪਾਰਟੀਆਂ ਦੇ ਲੀਡਰਾਂ ਨੇ ਆਪਣੀ ਗਲਤ ਰਾਜਨੀਤੀ ਨੂੰ ਲਾਗੂ ਕਰਨ ਲਈ ਵਰਡ ਐਡ ਕੀਤਾ। ਤੁਸੀਂ ਬਲਕੌਰ ਸਿੰਘ ਜੀ ਮੈਂ 2-3 ਵਾਰੀ ਸੁਣੀ। ਸੌਰੀ ਸਰ, ਸ਼ਸ਼ੀਕਾਂਤ ਜੀ ਨੋ ਪ੍ਰੋਬਲਮ। ਹਾਂ ਬੋਲੋ ਸ਼ਸ਼ੀਕਾਂਤ ਜੀ, ਬੋਲੋ ਸਰ। ਮੈਂ ਕਹਿ ਰਿਹਾ ਸੀ ਕਿ ਐਡਮਿਨਿਸਟ੍ਰੇਸ਼ਨ ਦੇ ਵਿੱਚ ਕੀ ਹੁੰਦਾ ਹੈਗਾ, ਸਾਡੇ ਪੂਰੇ ਮੁਲਕ ਦੇ ਵਿੱਚ ਬੇਸਿਕਲੀ ਇੰਸਪੈਕਟਰ ਰਾਜ ਹੈਗਾ। ਜਦੋਂ ਅਸੀਂ ਅਖਬਾਰਾਂ ਦੀ ਰੋਜ਼ ਕਟਿੰਗ ਕਟਾਉਂਦੇ ਹੈਗੇ, ਚਾਹੇ ਪੁਲਿਸ ਹੋ ਚਾਹੇ ਇੰਟੈਲੀਜੈਂਸ ਹੋ, ਤੇ ਜਿਹੜਾ ਵੀ ਆਉਂਦਾ ਲਿਖਦੇ ਹੈਗੇ ਪਲੀਜ਼ ਆਸਕ ਫॉर ਅ ਰਿਪੋਰਟ। ਮੈਨੂੰ ਨਹੀਂ ਜਾਪਦਾ ਇਹਦੇ ਚ ਕਿਸੇ ਦਾ ਕੋਈ ਮੈਲਾਫਾਈਡ ਰਿਹਾ ਹੋਣਾ ਹੈਗਾ। ਇਸ ਆਇਆ ਹੋਣਾ ਹੈ ਜਿਸ ਤਰ੍ਹਾਂ ਅਖਬਾਰਾਂ ਦੇ ਵਿੱਚ ਹਾਈਲਾਈਟ ਹੋ ਰਿਹਾ ਹੈਗਾ, ਉਹਨਾਂ ਨੇ ਕਿਹਾ ART ਐਕਟ ਹੈਗਾ, ਪਲੀਜ਼ ਗੈਟ ਅ ਰਿਪੋਰਟ। ਮੈਨੂੰ ਨਹੀਂ ਜਾਪਦਾ ਇਹਦੇ ਚ ਕਿਸੇ ਦੀ ਕੋਈ ਨੀਅਤ ਖਰਾਬ ਸੀ, ਐਂਡ ਐਵਰੀਬਾਡੀ ਸ਼ੁੱਡ ਬੀ ਹੈਪੀ ਅਬਾਊਟ दैट। ਸ਼ਸ਼ੀਕਾਂਤ ਜੀ, ਤੁਹਾਨੂੰ ਲੱਗਦਾ ਕਿ ਬਿਨਾਂ ਗੱਲ ਤੋਂ ਇਸ਼ੂ ਬਣਾਇਆ ਗਿਆ? ਬਿਨਾਂ ਗੱਲ ਤੋਂ ਇਸ਼ੂ ਬਣਾਇਆ ਗਿਆ ਹੈ। ਆਮ ਫਰਮ ਓਪੀਨੀਅਨ, ਜਿਸ ਤਰ੍ਹਾਂ ਮੈਂ ਕਰੀਬ ਆਲਮੋਸਟ 40 ਇਅਰਸ ਰਿਹਾ ਹੈਗਾ, ਮੈਂ ਸਮਝਦਾ ਹੈ ਇਹ ਸਾਰਾ ਇਸ਼ੂ ਜਿਹੜਾ ਹੈਗਾ ਬਿਨਾਂ ਮਤਲਬ ਦੇ ਬਣਾਇਆ ਜਾ ਰਿਹਾ। ਜਸਟ ਇੰਸਪੈਕਟਰੀ ਰਾਜ ਹੈਗਾ, ਗੈਟ ਅ ਰਿਪੋਰਟ, ਇੰਨੀ ਜੀ ਗੱਲ ਹੋਣੀ ਹੈਗੀ, ਉਹਦਾ ਅੱਗੇ ਸਾਰਾ ਕੁਝ ਹੋ ਗਿਆ। ਮੁਲਤਾਨੀ ਸਾਹਿਬ ਮੈਨੂੰ ਇੱਕ ਸਵਾਲ ਦਾ ਜਵਾਬ ਦਿਓ ਸਰ, ਮੈਂ ਡਿਬੇਟ ਸਮਾਪਤ ਕਰਨੀ ਹੈ। ਮੁਲਤਾਨੀ ਸਾਹਿਬ, ਜੇ ਮੰਨ ਲਓ ਉਹਨਾਂ ਨੇ ਲਾ ਦਾ ਵਾਇਲੇਸ਼ਨ ਵੀ ਕੀਤਾ ਹੋਊਗਾ, ਮੁਲਤਾਨੀ ਸਾਹਿਬ ਉਸ ਬੱਚੇ ਦਾ ਕੀ ਕਸੂਰ ਸਰ? ਉਸ ਬੱਚੇ ਦਾ ਕੀ ਬਣੂਗਾ? ਉਸ ਸੈਂਟਰ ਦੇ ਉੱਤੇ ਤੁਸੀਂ ਕਹਿੰਦੇ ਕਾਰਵਾਈ ਹੋ ਸਕਦੀ ਹੈ, ਕਿੰਨੀ ਕਾਰਵਾਈ ਹੋ ਸਕਦੀ ਹੈ? ਪੇਰੈਂਟਸ ਦੇ ਖਿਲਾਫ ਕੋਈ ਕਾਰਵਾਈ ਹੋ ਸਕਦੀ ਹੈ ਮੁਲਤਾਨੀ ਸਾਹਿਬ? ਦੇਖੋ, ਇਹਦੇ 'ਚ ਪਹਿਲੀ ਗੱਲ ਤਾਂ KP ਸਿੰਘ ਜੀ ਮੈਂ ਇਹ ਗੱਲ ਕਲੀਅਰ ਕਰ ਦਵਾਂ ਕਿ ਜਿੰਨਾ ਇਸ ਗੱਲ ਦਾ ਰੌਲਾ ਪਿਆ ਇਹ ਇਸ ਗੱਲ ਦੇ ਰੌਲੇ ਦੀ ਗੱਲ ਨਹੀਂ ਹੈ। ਮੈਂ ਫਿਰ ਇੱਕ ਵਰਡ ਯੂਜ਼ ਕਰਨਾ ਵਾ ਕਿ ਕੋਈ ਚੀਜ਼ਾਂ ਜਿਹੜੀਆਂ ਨੇ ਉਹ ਅੰਡਰ ਲਾ ਹੁੰਦੀਆਂ ਨੇ, ਕੁਝ ਡਿਜ਼ੀਜ਼ ਅੰਡਰ ਨੋਟੀਫਾਈਡ ਜਿਹੜਾ ਹੈਗਾ ਉਹ ਡਿਜ਼ੀਜ਼ ਕੰਟਰੋਲ ਐਕਟ ਦੇ ਅੰਡਰ ਆਉਂਦੀਆਂ ਨੇ, ਉਹਨਾਂ ਨੂੰ ਨੋਟੀਫਾਈ ਕਰਨਾ ਫਰਜ਼ ਬਣਦਾ ਹੈ ਜਿੱਥੇ ਉਹ ਇਨਸੀਡੈਂਟਸ ਹੋਇਆ ਹੁੰਦਾ ਹੈ। ਦੂਸਰੀ ਗੱਲ ਇਹ ਹੈਗੀ ਹੈ ਕਿ ਇਹਦੇ 'ਚ ਪੁਲਿਸ ਦਾ ਡਾਇਰੈਕਟ ਕੋਈ ਕਿਸੇ ਕਿਸਮ ਦੀ ਕੋਈ ਇਨਵੋਲਵਮੈਂਟ ਨਹੀਂ ਸੀ ਹੋਣੀ ਚਾਹੀਦੀ, ਨਾ ਹੀ ਇਹਦੇ 'ਚ ਕੋਈ ਐਡਾ ਵੱਡਾ ਕੋਈ ਪੋਲੀਟੀਕਲ ਇਸ਼ੂ ਹੋਣਾ ਚਾਹੀਦਾ ਸੀਗਾ। ਬੱਚੇ ਦੇ ਵਾਸਤੇ ਖੁਸ਼ੀ ਹੈ, ਬੱਚੇ ਦੀ ਕਿਸੇ ਬੰਦੇ ਨੂੰ ਪ੍ਰੋਬਲਮ ਨਹੀਂ ਹੋਣੀ ਚਾਹੀਦੀ, ਉਹ ਬੱਚੇ ਦੀ ਲਾਈਫ ਨੂੰ ਵੀ ਕੁਝ ਨਹੀਂ ਹੋਣ ਲੱਗਿਆ। ਲੇਕਿਨ ਸਵਾਲ ਸਿਰਫ ਇਹ ਸੀਗਾ ਕਿ ਅਗਰ ਇਹ ਐਥਿਕਸ ਇਨਵੋਲਵਡ ਹੈਗੇ ਨੇ ਤੇ ਸੈਂਟਰ ਜਿਹੜਾ ਹੈਗਾ ਕਿ ਉਸਨੇ ਤੇ ਰਿਪੋਰਟਿੰਗ ਕੀਤੀ ਹੈ ਜਾਂ ਨਹੀਂ ਕੀਤੀ ਹੈ। ਦੂਸਰਾ ਇਹ ਹੈਗਾ ਕਿ ਜਿਹੜੀਆਂ ਅਥਾਰਟੀਜ਼ ਜਿਵੇਂ ਸਿਵਲ ਸਰਜਨ ਇਸ ਦਾ ਇੰਚਾਰਜ ਆਫ ਦੈਟ ਵੈਰੀ ਡਿਸਟ੍ਰਿਕਟ, ਤਾਂ ਉੱਥੇ ਜੋ ਕੁਝ ਵੀ ਹੋਇਆ ਹੁੰਦਾ ਉਹ ਉਸ ਦੀ ਰਿਸਪੌਂਸਿਬਿਲਿਟੀ ਬਣਦੀ ਹੈ ਕਿ ਉਹ ਗਵਰਨਮੈਂਟ ਨੂੰ ਇਸ ਗੱਲ ਵਾਸਤੇ ਰਿਪੋਰਟ ਕਰੇ। ਠੀਕ, ਇਹ ਕੋਈ ਜਿਹੜੀ ਹੈਗੀ ਆ ਉਹ ਇਸ ਹੈ, ਇਹਦੇ 'ਚ ਕੋਈ ਪੋਲਿਟਿਕਸ ਨਹੀਂ ਹੋਣੀ ਚਾਹੀਦੀ, ਇਹਦੇ 'ਚ ਕੋਈ ਪੁਲਿਸ ਨਹੀਂ ਹੋਣੀ ਚਾਹੀਦੀ, ਇਹਦੇ 'ਚ ਪੇਰੈਂਟਸ ਨੂੰ ਤੰਗ ਕਰਨ ਦਾ ਕੋਈ ਕਿਸੇ ਕਿਸਮ ਦਾ ਮਤਲਬ ਨਹੀਂ, ਲੇਕਿਨ ਰਿਪੋਰਟਿੰਗ ਜ਼ਰੂਰ ਹੋਣੀ ਚਾਹੀਦੀ ਹੈ। ਅਗਰ ਕੋਈ ਰਿਪੋਰਟ ਕਰਨ ਲੱਗਿਆ ਤੁਹਾਨੂੰ ਉਹਦੇ ਇਫੈਕਟਸ ਨਹੀਂ ਦੱਸਦਾ ਫਿਰ ਤਾਂ ਪੁਲਿਸ ਆਏਗੀ ਉੱਥੇ। ਫੈਕਟਸ ਦਾ ਜਿਹੜਾ ਇੱਕ ਪਰਫਾਰਮਾ ਬਣੇਗਾ, ਜਿਹੜਾ ਇੱਕ ਕੁਐਸਚਨ ਪੁੱਛਿਆ ਜਾਏਗਾ ਹੈਲਥ ਅਥਾਰਟੀਜ਼ ਵੱਲੋਂ, ਉਸ ਦਾ ਜਵਾਬ ਦੇ ਦਿਓ। ਅਸੀਂ ਠੀਕ ਹੈ ਡਾਕਟਰ ਮੁਲਤਾਨੀ। ਹਾਂ ਮਿਸਟਰ ਪਾਸੀ ਫਟਾਫਟ ਬੋਲਿਓ। ਮੈਂ ਤੇ ਇਹ ਕਹਿਣਾ ਚਾਹ ਰਿਹਾ ਸੀ KP ਜੀ, ਐਕਟ ਦੇ ਵਿੱਚ ਕਲੀਅਰ ਹੈ ਬੱਚੇ ਦੀ ਲੀਗੈਲਿਟੀ ਤੇ ਕੋਈ ਖਤਰਾ ਨਹੀਂ, ਬੱਚੇ ਦੇ ਲਈ ਕੋਈ ਪਰੇਸ਼ਾਨੀ ਨਹੀਂ, ਬੱਚੇ ਦੀ ਲਾਈਫ ਦੇ ਉੱਤੇ ਕੋਈ ਗੱਲ ਨਹੀਂ, ਨਾ ਮਾਂ-ਬਾਪ ਦੇ ਲਈ ਕੋਈ ਲਾਈਫ ਨੂੰ ਜਾਂ ਬੱਚੇ ਦੀ ਲੀਗੈਲਿਟੀ ਤੇ ਕੋਈ ਉਹਨਾਂ ਤੇ ਕੁਐਸਚਨ ਹੋਣਾ। ਇਸ 'ਚ ਮੈਂ ਤੁਹਾਨੂੰ ਕਲੀਅਰ ਦੱਸਦਾ। ਵੱਧ ਤੋਂ ਵੱਧ ਕੀ ਹੈ ਕਿ ਅਗਰ ਉਹ ਕੋਈ ਕਮੀ ਰਹੀ ਹੈ, ਜਿੱਦਾਂ ਲੀਗਲੀ ਕੋਈ ਪ੍ਰੋਵੀਜ਼ਨ ਆਉਂਦੀ ਹੈ, ਤਾਂ 5 ਤੋਂ 10 ਲੱਖ ਦਾ ਜੁਰਮਾਨਾ ਪਹਿਲੇ ਉਸ ਦੇ ਲਈ ਹੈ, ਔਰ ਉਹ ਸੈਂਟਰ ਮੇਨ ਉਸ ਦੇ ਮੇਰੇ ਖਿਆਲ 'ਚ ਆਏਗਾ ਜਿੱਥੋਂ ਤੱਕ ਮੈਂ ਜਾਣਦਾ। ਔਰ ਬੱਚੇ ਦੀ ਲੀਗੈਲਿਟੀ ਤੇ ਜਾਂ ਇਹ ਸਿਰਫ ਇੱਕ ਨਾ ਹਾਈਪ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਇਲੈਕਸ਼ਨ ਆ ਰਹੇ ਹੈ, ਇਲੈਕਸ਼ਨ ਚੱਲ ਰਹੇ। ਕੋਈ ਸੈਂਟਰ ਨੂੰ ਜਾਂ ਕਿਸੇ ਨੂੰ ਕੋਈ ਜੇਲ੍ਹ ਤਾਂ ਨਹੀਂ ਹੋ ਸਕਦੀ ਮਿਸਟਰ ਪਾਸੀ? ਨਹੀਂ ਫਸਟ ਅਗਰ ਇਲੈਕਟ ਦੇ ਵਿੱਚ ਕਲੀਅਰ ਹੈ ਸਰ ਕਿ ਅਗਰ ਪਹਿਲੀ ਵਾਰ ਕੋਈ ਇਦਾਂ ਦੀ ਗੱਲ ਹੋਈ ਹੈ ਤਾਂ 5 ਤੋਂ 10 ਲੱਖ ਤੱਕ ਦਾ ਜੁਰਮਾਨਾ। ਦੂਜੀ ਵਾਰ ਦੇ ਵਿੱਚ ਕੋਈ ਸਜ਼ਾ ਦਾ ਪ੍ਰਾਵਧਾਨ ਹੈ, ਪਹਿਲੀ ਵਾਰ ਦੇ ਵਿੱਚ ਨਹੀਂ ਹੈ। ਸ਼ਾਇਦ ਮੁਲਤਾਨੀ ਜੀ ਇਸ ਗੱਲ ਨੂੰ ਐਗਰੀ ਕਰਨ। ਹਾਂ ਮੁਲਤਾਨੀ ਜੀ ਬੋਲੋ ਫਟਾਫਟ। ਸਰ ਸ਼ਾਇਦ ਇਹਦੇ 'ਚ ਇਹ ਹੈਗਾ ਕਿ 5 ਸਾਲ ਦੀ ਕੈਦ ਤੇ 10 ਸਾਲ ਦਾ ਜੁਰਮਾਨਾ ਜਿਹੜਾ ਹੈਗਾ, ਸ਼ਾਇਦ ਇਹ ਕ੍ਰਿਮੀਨਲ ਕੇਸ ਹੈ ਉਹਦੇ ਵਿੱਚ। ਉਹ ਸੈਕਿੰਡ ਵਾਈਜ਼ ਸੈਕਿੰਡ 'ਚ ਉਸ ਮੇਰੇ ਕਹਿਣ ਦਾ ਮਤਲਬ ਹੈਗਾ, ਲੇਕਿਨ ਇਹ ਕ੍ਰਿਮੀਨਲ ਆਫੈਂਸ ਹੈਗਾ। ਕ੍ਰਿਮੀਨਲ ਆਫੈਂਸ ਹੋਏਗਾ ਤਾਂ ਤੁਹਾਨੂੰ ਸਜ਼ਾ ਹੋ ਸਕਦੀ ਹੈ ਕਿ ਇਟ ਇਜ਼ ਅ ਕ੍ਰਿਮੀਨਲ ਆਫੈਂਸ। ਚਲੋ ਮਿਸਟਰ ਪਾਸੀ ਲਾਸਟ ਸਵਾਲ ਕਰ ਰਿਹਾ, ਤੁਹਾਨੂੰ ਮੈਡੀਕਲ ਐਥਿਕਸ ਦੀ ਉਲੰਘਣਾ ਦਾ ਮਾਮਲਾ ਲੱਗਦਾ ਹੈ ਜਾਂ ਨਹੀਂ? ਦੇਖੋ KP ਜੀ, ਇਹ ਹੁਣ ਨਾ ਜਦੋਂ ਡਿਟੇਲ ਆਏਗੀ, ਹੁਣ ਜਿੱਦਾਂ ਉਹ ਬਲਕੌਰ ਸਿੰਘ ਜੀ ਦੇ ਜੋ ਬਿਆਨ ਆਇਆ ਕਿ ਅਸੀਂ ਬਾਹਰੋਂ IVF ਕਰਵਾਇਆ, ਉਸ ਦਾ ਕੀ ਪੋਜੀਸ਼ਨ ਹੈ, ਇਹ ਸਾਰਾ ਕਹਿ ਕੇ ਹਲੇ ਆਪਾਂ ਕੁਝ ਵੀ ਕਹੀਏ ਤਾਂ ਉਹ ਇੰਨਾ ਕਹਿ ਕੇ ਸੈਂਟਰ ਨੂੰ ਜਦੋਂ ਇਨਫੋਰਮ ਕਰ ਦੇਣਾ ਚਾਹੀਦਾ ਸੀਗਾ ਜਦੋਂ IVF ਹੋ ਕੇ ਉਹ ਇੱਥੇ ਆ ਗਏ ਡਿਲੀਵਰੀ ਦੇ ਲਈ, ਤਾਂ ਉਹਨੂੰ ਡਿਲੀਵਰੀ ਨੂੰ ਕੋਈ ਰੋਕ ਨਹੀਂ ਸਕਦਾ। ਤੁਹਾਨੂੰ ਲੱਗਦਾ ਸੈਂਟਰ ਨੇ ਇਨਫੋਰਮ ਨਹੀਂ ਕੀਤਾ? ਤੁਸੀਂ ਇਹ ਮੰਨਦੇ ਪਏ ਗੱਲ ਨੂੰ?
ਮੈਂ ਇਸ ਬਾਰੇ ਹਲੇ ਸ਼ੋਰ ਨਹੀਂ ਆ, ਉਹ ਪਤਾ ਕਰਾਂਗੇ, ਲੇਕਿਨ ਹਲੇ ਫਿਲਹਾਲ ਉਹਨਾਂ ਨੇ ਬੱਚੇ ਦਾ ਇਲਾਜ ਕਰਾਣਾ, ਉਹਨਾਂ ਨੂੰ ਅਸੀਂ ਤਾਂ ਇਹੀ ਚਾਹਾਂਗੇ ਕੋਈ ਕਿਸੇ ਕਿਸਮ ਦੀ ਛੇੜਖਾਨੀ ਨਾ ਕੀਤੀ ਜਾਏ, ਨਾ ਫਿਲਹਾਲ ਉਹਨਾਂ ਤੋਂ ਕੋਈ ਪੁੱਛ। ਬਹੁਤ ਬਹੁਤ ਧੰਨਵਾਦ ਮਿਸਟਰ ਪਾਸੀ ਤੁਹਾਡਾ, ਸ਼ਸ਼ੀਕਾਂਤ ਜੀ ਤੁਹਾਡਾ ਬਹੁਤ ਧੰਨਵਾਦ, ਡਾਕਟਰ ਮਲਤਾਨੀ ਤੁਹਾਡਾ ਬਹੁਤ ਧੰਨਵਾਦ, ਡਾਕਟਰ ਥਿੰਦ ਅਖੀਰਲੇ ਸੈਗਮੈਂਟ ਵਿੱਚ ਸਾਡੇ ਨਾਲ ਨਹੀਂ ਸੀ, ਡਿਸਕਨੈਕਟਡ ਸੀਗੇ, ਡਾਕਟਰ ਥਿੰਦ ਤੁਹਾਡਾ ਵੀ ਧੰਨਵਾਦ, ਡਾਕਟਰ ਵਿਜੇਦੀਪ ਹਰਾ ਨੂੰ ਕਿਸੇ ਡਿਲੀਵਰੀ ਕੇਸ ਲਈ ਅਰਜੈਂਟ ਜਾਣਾ ਪੈ ਗਿਆ, ਉਹਨਾਂ ਦਾ ਵੀ ਧੰਨਵਾਦ। ਬਹੁਤ ਸਾਰੇ ਸਵਾਲ ਹੈ ਪਰ ਸਵਾਲਾਂ ਦੇ ਵਿਚਾਲੇ ਸਿਆਸਤ ਸਿਖਰ ਤੇ ਹੈ। ਬਹੁਤ ਧੰਨਵਾਦ।